अस्सलाम वालेकुम, सत श्री अकाल। वाहिगुरू जी का खालसा, वाहिगुरू जी की फतेह। जैसे अरुण जी का फ़ोन आया जी कि बाबा जी मुलाकात के लिए आ रहे हैं हमारे, मैंने कहा भाई ठीक है। मैं सोया भी नहीं। दरबार साहब की नींव रखी गई है साईं मियाँ मीर जी। साईं मियाँ मीर जी ਨੂੰ ਲਾਹੌਰ ਤੋਂ ਬੁਲਾਇਆ। ਜਦੋਂ ਇਹ ਵਿਚਾਰ ਹੋਈ ਵੀ ਨੀਂਹ ਕੌਣ ਰੱਖੇ, ਉਹਨਾਂ ਆਖਿਆ ਵੀ ਨੀਂਹ ਕੋਈ ਬਹੁਤ ਹੀ ਉੱਚੀ ਸੁੱਚੀ ਹਸਤੀ ਨਹੀਂ, ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਜੀ ਨੇ ਰੱਖੀ। ਜਦੋਂ ਸਾਨੂੰ ਲੋੜ ਹੁੰਦੀ ਆ ਇਸ ਇਮਾਰਤ ਦੀ ਵਰਤੋਂ ਅਸੀਂ ਕਰਦੇ ਹਾਂ ਜੋੜ ਮੇਲੇ 'ਚ। ਇਹਦੀਆਂ ਚਾਬੀਆਂ ਸਾਡੇ ਕੋਲ ਹੁੰਦੀਆਂ। ਅੱਜ ਆਪਾਂ ਰੋਜ਼ਾ ਸ਼ਰੀਫ ਬੈਠੇ ਹਾਂ, ਜਿਹੜੀ ਸਾਡੀ ਰਹਾਇਸ਼ਗਾਹ ਵਾ ਸਰਾਵਾਂ ਨੇ, ਜਦੋਂ ਖਲੀਫਾ ਸਾਹਿਬ ਆਉਣ ਪ੍ਰਬੰਧ ਹਾਜ਼ਰ ਨਾਜ਼ਰ ਹੁੰਦਾ, ਉਹ ਚਾਬੀਆਂ ਇਹਨਾਂ ਕੋਲ ਹੁੰਦੀਆਂ। ਧਰਮ ਤੇ ਪਿਆਰ ਇੰਨਾ ਕਾਇਮ ਆ। ਉਹ ਜਿਵੇਂ ਕਹਿੰਦੇ ਨੇ ਹੁੰਦੇ ਵੀ 16 ਨੇ ਸੱਚ ਪਾਈ ਗਈ, ਵੀ ਇੱਕ ਨੂੰ ਹਟਾ ਲਓ ਦੂਸਰੇ ਨੂੰ ਬਿਠਾ दो तो फर्क नहीं आऊगा। अम्मा जी मैं आपसे मिलने आऊँगा, आपके पुत्र नाल। ਇੱਕ ਸਿੱਖ ਧਰਮ, ਇੱਕ ਮੁਸਲਿਮ ਧਰਮ, ਇੱਕ ਸਿੱਖ ਵਿਦਵਾਨ ਤੇ ਇੱਕ ਮੁਸਲਿਮ ਵਿਦਵਾਨ। ਅੱਜ ਦਾ ਜਿਹੜਾ ਦੁਸ਼ਮਣ ਆ ਨਾ ਸਮੇਂ ਦਾ, ਆਪਣੇ ਦੋ ਕੌਮਾਂ ਦਾ, ਉਹ ਸਾਇਲੈਂਟ ਆ, ਵਾਰ ਕਰ ਰਿਹਾ ਵਾ, ਪਰ ਉਹਦੀ ਇੰਨੀ ਹਿੰਮਤ ਨਹੀਂ ਸਾਹਮਣੇ ਆ ਕੇ ਕਰੇ। ਸਾਡਾ ਧਰਮ ਜਿਹੜਾ ਵਾ ਉਹ ਇਜਾਜ਼ਤ ਨਹੀਂ ਦਿੰਦਾ ਵੀ ਅਸੀਂ ਕਿਤੇ ਹੋਰ ਝੁਕੀਏ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ। ਹਾਂ ਬਿਲਕੁਲ। ਪਰ ਸਾਡਾ ਧਰਮ ਇਹ ਇਜਾਜ਼ਤ ਦਿੰਦਾ ਵਾ ਵੀ ਦੂਜੇ ਦੇ ਧਰਮ ਦਾ ਸਤਿਕਾਰ ਕਰਨਾ, ਦੂਜੇ ਦੇ ਧਰਮ ਦੀ ਖਾਤਰ ਜੇ ਬਲੀਦਾਨ ਵੀ ਦੇਣਾ ਪੈ ਜੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਪਿੱਛੇ ਨਹੀਂ ਹਟਣਾ। हेलो अस्सलाम वालेकुम, सत श्री अकाल। वाहिगुरू जी का खालसा, वाहिगुरू जी की फतेह। कैसे मिजाज हैं आपके? दया कृपा महाराज जी। आपने तो तरसा दिया, तड़पा दिया अपने इंतज़ार में। बड़ी खुशी हो रही है। हमारी मुलाकात का ज़रिया जो है ये दो अल्लाह के बंदे, रब के बंदे, और इसका जो है इनको एज़ाज़, इकराम, नेमुल बदल, रिवार्ड परमात्मा के सिवा कोई नहीं दे सकता। आइए। आइए साहब, आपका बड़ा बेचैनी से इंतज़ार था। मेरे नाल चलो ही तुम। आइए, इधर से थोड़ा क्रॉस करते हैं। ये असल में यहाँ फंक्शन था और मेहमान जो है वो 1 घंटा पहले ही यहाँ से चले गए जी। तो बस जैसे ही अरुण जी का फ़ोन आया जी कि बाबा जी मुलाकात के लिए आ रहे हैं हमारे, मैंने कहा भाई ठीक है। मैं सोया भी नहीं और ये भाई भी, ज़ीशान भाई भी इंतज़ार में थे आपके, बल्कि हमारा ज़ीशान भाई का खालसा जी। फतेह भाजी फर्स्ट क्लास, ठीक ठाक हो? चढ़दी कला। क्या हाल है आपके? बड़ी कृपा जी, बड़े नंद आ। अच्छा, यहाँ से कितनी दूर है आपके बिल्कुल आपके पीछे। अच्छा, अगर आप खेतों में से चल के जाओगे, जी जी जी, और रेलवे लाइन क्रॉस की आगे हम है। अच्छा, हमारी हर एक वीडियो में रोजा शरीफ दरगाह जो ओदी वीडियो आउंदी है। अली किथे है जी? अली मैंने आवाज मारो, वो मेरा यार है, बड़ा मित्र है मेरा।
ਤੇ ਜਿਹੜੇ ਵੱਡੇ ਨੇ ਆਪਣੇ ਇੱਥੇ ਵੱਡੇ ਖਲੀਫਾ ਸਾਹਿਬ, ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲਿਆ ਸੀ। ਅਫਗਾਨਿਸਤਾਨ ਤੋਂ ਇੱਕ ਬ੍ਰਿਗੇਡੀਅਰ ਆਏ ਸੀ, ਉਹਨਾਂ ਦੇ ਬਜ਼ੁਰਗ ਦੀ ਕਬਰ ਹੈ ਇੱਥੇ। ਨਾਲ ਮੇਰੇ ਉਸਤਾਦ ਕਰਨਲ ਸਰਪ੍ਰਤਾਪ ਸਿੰਘ ਤੇ ਇੱਥੇ ਮੈਂ ਸਿਰਫ कॉफ़ी पीऊँगा। कॉफ़ी ले हाँ अच्छा, वो एक रामपुर का एक मीठे का आइटम होता है, उसे गुलत्थी कहते हैं, खीर की तरह होता है, खीर जैसे होती ना। आपके खीर को क्या कहते हैं पंजाबी में? खीर। वो मेरी ना बेनती आ भाजी ने तो पता है साढ़े को आउंदे जांदे आ, मेरा वा बबेक दा पैरा, मैं जो छकना आप ही बना के छकना, घरे ही छकना। मैं हुण ਇਹ ਵੀ ਤੁਹਾਡੇ ਪਿਆਰ ਕਰਕੇ ਵੀ ਆਪਾਂ ਕੋਈ ਬਹੁਤੇ ਹਾਂ ਵੀ ਆਪਾਂ ਬਹੁਤੀ ਉਹ ਚੀਜ਼ ਜਿਹੜੀ ਕੀ ਹੁੰਦੀ ਹੈ। ਜੀ ਨੇ ਜਦ ਤੁਹਾਡੇ ਬਾਰੇ ਫੋਟੋ ਦਿਖਾਈ ਨਾ ਤਾਂ ਅਸੀਂ ਤਾਂ ਬੜੇ ਹੈਰਾਨ ਥੇ। ਚਲੋ ਇਹ ਕਵਰਿੰਗ ਕਰਾਂਗੇ, ਰੱਬ ਨੇ ਚਾਹਿਆ ਮੌਕਾ ਦਿੱਤਾ ਇਹਨਾਂ ਨੇ ਬੜੀ ਜਲਦੀ। ਮੈਂ ਤਾਂ ਆਪ ਖੁਸ਼ ਥਾ ਵੀ ਤੁਹਾਡੇ ਕੋਲ ਡੇਰੇ ਜਾ ਕੇ ਆਈਏ। ਤੁਸੀਂ ਕੱਲ ਕਹਿ ਰਹੇ ਮੈਂ ਕਿਹਾ ਤੂੰ ਭਾਈ ਅਸਲ 'ਚ ਅਸੀਂ ਨਿਕਲਣਾ ਥਾ ਰਾਤ ਨੂੰ ਜੀ, ਅਸੀਂ ਯੂਪੀ ਜਾਣਾ ਹੈ ਜੀ ਸਾਡੇ ਇੱਕ ਛੋਟਾ ਜਿਹਾ ਫੰਕਸ਼ਨ ਦਾ ਖਲੀਫਾ ਜੀ ਦਾ ਨਾ ਜੀ, ਤੇ ਸਾਡਾ ਪ੍ਰੋਗਰਾਮ ਥਾ ਰਾਤ ਦਾ ਯੂਪੀ ਦਾ। ਮੈਂ ਕਿਹਾ ਫਿਰ ਆਪਾਂ ਦੁਬਾਰਾ ਆਉਂਦੇ ਜਾਂਦੇ ਰਹਿੰਦੇ ਆ। ਮੈਂ ਕਿਹਾ ਆਪਾਂ ਚੱਲ ਕੇ ਆਵਾਂਗੇ। ਤੁਸੀਂ ਮੈਨੂੰ ਮੈਂ ਰੂਪੀ ਨਾ ਪੜ੍ਹੇ ਜੇ ਨਾ ਮੈਰਾਂ ਵਾਲੇ ਦੇ ਨਾਲ, आप सुनाइए। ਤੁਸੀਂ ਇੱਥੇ ਹੀ ਪੜ੍ਹੇ ਜੇ ਫਤਿਹਗੜ੍ਹ ਸਾਹਿਬ ਜੀ। ਮੈਂ ਨਹੀਂ ਜੀ, ਮੇਰੇ ਇਹ ਨਾਨਕੇ ਸਹੁਰੇ ਹੈ। ਜੀ ਮੇਰੀ ਜਿਹੜੀ ਪੈਦਾਇਸ਼ ਹੈ ਉਹ ਬਸੀ ਪਠਾਣਾ ਦੀ ਹੈ ਬਾਬਾ ਜੀ, ਤੇ ਮੇਰੀ ਰਹਿائش ਹੈ ਮਲੇਰਕੋਟਲੇ ਦੀ। ਤੁਹਾਡੀ ਬਚਪਨ ਕਿੱਥੋਂ ਦਾ ਜੀ? ਮੇਰਾ ਇੱਥੇ ਹੀ ਰਿਹਾ ਬਚਪਨ, ਮੈਂ ਰਿਹਾ ਜੀ। ਨਹੀਂ ਪਰਲੇ ਬਨੇ ਮੈਰਾਂ ਪਿੰਡ ਨਹੀਂ? ਹਾਂਜੀ ਹਾਂ ਹਾਂ। ਮੈਰਾਂ ਵਾਲੇ ਸਰਪੰਚ ਗੁਰਿੰਦਰ ਸੋਹਣੀ, ਰੂਪੀ ਹੁਣੀ, ਉਹ ਇੱਥੇ ਆਉਂਦੇ ਨਹੀਂ ਨੇ ਤੁਹਾਡੇ ਕੋਲ? ਰੂਪੀ ਆਉਂਦੇ ਰਹੇ ਜੀ। ਹਾਂ ਉਹਨਾਂ ਦੀ ਤਾਂ ਜ਼ਮੀਨ ਵੀ ਹੈ ਰੂਪੀ, ਉਹੀ ਕਹਿੰਦੇ। ਰੂਪੀ ਜੀ, ਰੂਬੀ ਹੋਰ ਆ, ਅੱਛਾ ਉਹ ਰੂਪੀ ਹੈ। ਇਹ ਰੂਬੀ। ਉਹ ਠੀਕ ਹੈ ਜੀ। ਤੇ ਇਹ ਤੋਂ ਮੈਂ ਅਲੀ ਨੂੰ ਆਖਿਆ, ਇਹ ਵਿਚਾਰਾ ਮੈਨੂੰ ਮਿਲਿਆ ਬਾਅਦ ਚ ਜਦੋਂ ਘੋੜੀਆਂ ਹੀ ਦੋ ਰਹਿ ਗਈਆਂ। ਅੱਛਾ ਅੱਛਾ, ਤੁਸੀਂ ਸਾਰੀਆਂ ਘੋੜੀਆਂ ਕੱਢਤੀਆਂ? ਨਾ ਇਹ ਮੈਨੂੰ ਮਿਲਿਆ ਥੋੜਾ ਜਿਹਾ, ਕਹਿੰਦਾ ਬਾਬਾ ਜੀ ਮੇਰਾ ਫਾਰਮ ਨਹੀਂ ਚੱਲਿਆ, ਮੈਨੂੰ ਗਾਈਡ ਨਹੀਂ ਸੀ ਮਿਲਿਆ। ਇਹ ਲੱਗਿਆ ਤਾਂ ਭਗਵਾਨ ਦੀ ਨਾਲ। ਭਲਵਾਨ ਜੀ ਹੁਣੀ ਵੀ ਜਦੋਂ ਘੋੜਾ ਲਿਆਇਆ ਸਭ ਤੋਂ ਪਹਿਲਾਂ ਮੈਂ ਹੀ ਗਿਆ। ਅੱਛਾ ਉਹ ਘੋੜਾ ਮੈਂ ਫੜ ਕੇ ਬਾਹਰ ਕੱਢਿਆ। ਜਿਹੜਾ ਘੋੜਾ ਵਾ, ਘੋੜੇ ਨੂੰ ਇਸਲਾਮ ਦੇ ਵਿੱਚ, ਕੁਰਾਨ ਸ਼ਰੀਫ ਦੇ ਵਿੱਚ ਬੜਾ ਪਾਕ ਪਵਿੱਤਰ ਤੇ ਬਹੁਤ ਉੱਚਾ, ਇਹਨੂੰ ਜਾਨਵਰ ਨਹੀਂ ਕਿਹਾ ਜਾਂਦਾ ਨਾ ਇਸਲਾਮ 'ਚ ਨਾ ਗੁਰਮਤ 'ਚ। अल्लाह ने कसम खाई है इसकी, वलआदियात ज़बहन फलमूरियात क़दहन फलमुगीरात सुबहन फ़असरन बिही नक़अन फ़वसतन बिही जमआ। ये अल्लाह ने कसम खाई, रब ने, कि कसम है हाँप कर दौड़ने वाले की, घोड़े का जिक्र नहीं आया, और जो दुश्मन के ऊपर घुस जाता है और जो अपने टाप से चिंगारियाँ निकालता है, ये इस तरह से अल्लाह ने इसकी कसम ਕੁਰਾਨ ਦੀ ਟ੍ਰਾਂਸਲੇਸ਼ਨ ਦੱਸੀ ਹੈ ਸਾਡੇ ਜਿਹੜੇ ਸਿੰਘ ਸਾਹਿਬ ਨਹੀਂ ਗਏ, ਗਿਆਨੀ ਹਰਪ੍ਰੀਤ ਸਿੰਘ ਯਾਨੀ ਹਰਪ੍ਰੀਤ ਸਿੰਘ ਆਪਣੇ ਸਿੰਘ ਸਾਹਿਬ, ਹਾਂਜੀ ਹਾਂ 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 ਜੀ। ਉਹਨਾਂ ਨੇ ਤਰਜਮਾ ਕੀਤਾ ਜੀ ਕੁਰਾਨ ਦਾ। ਅੱਛਾ ਬੜੇ ਤਕੜੇ ਗਿਆਨੀ ਆ ਉਹ ਕੁਰਾਨ ਦੇ। ਉਹ ਆਉਂਦੇ ਰਹੇ ਜੀ ਮਲੇਰਕੋਟਲੇ, ਯਾਨੀ ਹਰਪ੍ਰੀਤ ਜੀ। ਜੀ ਜੀ ਜੀ, ਸਾਡੇ ਇੱਕ ਦੋਸਤ ਹੈ, ਉਹ ਸਾਂਝਾ ਦੇ ਉੱਪਰ ਕੰਮ ਕਰਦੇ ਹੈ, ਸਿੱਖ ਮੁਸਲਿਮ ਸਾਂਝਾ ਦਾ ਉਹਨਾਂ ਦਾ ਬਣਾਇਆ ਹੋਇਆ, ਤੇ ਹਰ ਸਾਲ ਉਹਦੇ ਲੰਗਰ ਵੀ ਲਾਉਂਦੇ ਹੈ। ਬਾਈ ਵੀ ਜਾਂਦੇ ਰਹੇ ਉਹਨਾਂ ਕੋਲ। ਡਾਕਟਰ ਨਸੀਰ ਅਖਤਰ ਹੈ, ਸ਼ਾਇਦ ਤੁਹਾਨੇ ਨਾਮ ਸੁਣਿਆ ਹੋਵੇ। ਜੀ ਸੁਣਿਆ। ਬਹੁਤ ਕੰਮ ਕਰ ਰਹੇ ਹੈ ਅੱਜ ਕੱਲ੍ਹ, ਉਹਦਾ ਮੁਹੱਲਾ ਵੀ ਲੰਗਰ ਲਾਉਂਦੇ ਹੈ, ਤੇ ਆਪਣੇ ਕਿਸਾਨ ਜਥੇਬੰਦੀਆਂ ਦਾ ਜਿੱਥੇ ਉੱਥੇ ਵੀ ਪੂਰਾ ਸਾਲ ਲੰਗਰ ਰਿਹਾ ਹੈ ਉਹਨਾਂ ਦਾ। ਉਹ ਸਾਡੇ ਬੜੇ ਭਾਈ ਹੈ ਜੀ, ਆਉਂਦੇ ਰਹਿੰਦੇ ਆ। ਖਾਨ ਸਾਹਿਬ ਮੈਂ ਨਾ ਦੋ ਚੀਜ਼ਾਂ, ਕਿਉਂਕਿ ਮਰਦ ਕੌਮਾਂ ਹੀ ਬਿਲਕੁਲ ਬਿਲਕੁਲ ਸਹੀ। ਸ਼ਸਤਰ ਤੇ ਘੋੜੇ ਨਾਲ ਪਿਆਰ ਕਰਦੀਆਂ ਵੀ ਅੱਜ ਇਸਲਾਮ ਦੇ ਵਿੱਚ ਵੀ ਜਿਹੜੇ ਵੱਡੇ ਗਾਜ਼ੀ ਹੋਏ ਆ, ਸ਼ਹੀਦ ਹੋਏ ਆ, शुजा हुए मुजाहिदीन ਜਿਹੜੇ ਵਲੀ हुए। ਕੰਧਾਰੀ, ਜਿਹੜੇ ਰੱਬ ਨੂੰ ਮੰਨਣ ਵਾਲੇ, ਜਿਸ ਤਰ੍ਹਾਂ ਹੁਣ ਦੁਨੀਆ ਤੇ ਨਹੀਂ ਨੇ, ਉਹਨਾਂ ਦੀ ਗੱਦੀ ਦੇ ਘੋੜੇ ਰੱਖੇ ਜਾਂਦੇ ਆ। जी, उनका शौक था ये। ਜਿਸ ਤਰ੍ਹਾਂ ਹੁਣ ਅਸੀਂ ਗੁਰੂ ਮਹਾਰਾਜ ਦੀ ਗੱਦੀ ਦਾ ਘੋੜਾ ਦਲ ਦੇ ਅੱਗੇ ਲਾਉਨੇ ਆ, ਮਹਾਂਪੁਰਖਾਂ ਦੀ ਗੱਦੀ ਦਾ ਘੋੜਾ ਵੀ ਉਹਦੇ ਉੱਤੇ ਅਸੀਂ ਮੰਨਦੇ ਆ ਵੀ ਗੁਰੂ ਸਾਹਿਬ ਸਵਾਰ ਨੇ, ਵੀ ਕੋਈ ਸੰਤ ਮਹਾਂਪੁਰਖ ਜਿਹੜੇ ਉਹਨਾਂ ਦਾ ਹੈ ਨਾ ਵੀ ਗੱਦੀ। ਨੀਅਤ ਦਿਲੋਂ ਆਪਾਂ ਉਹਨਾਂ ਵਾਸਤੇ ਰਿਜ਼ਰਵ ਕਰਦੇ ਹਾਂ। ਲਾਹੌਰ ਕੋਈ ਆਪਣੇ ਬੰਦੇ ਗਏ, ਅੱਛਾ ਜੀ। ਬੰਦੇ ਘੋੜਿਆਂ ਤੋਂ ਅਣਜਾਣ ਸੀ, ਨਹੀਂ ਸੀ ਪਤਾ, ਜ਼ਿਆਦਾ ਨਹੀਂ ਸੀ ਪਤਾ ਵੀ
ਉਹ ਜਦੋਂ ਘੋੜਾ ਨਿਕਲਿਆ ਨਾ ਗਲੀ ਚੋਂ ਜਨਾਬ, ਜਦੋਂ ਘੋੜਾ ਗਲੀ ਚੋਂ ਨਿਕਲਿਆ, ਬੜਾ ਤਕੜਾ ਘੋੜਾ, ਉਹ ਕਿਸੇ ਪੀਰ ਦੀ ਗੱਦੀ ਦਾ ਘੋੜਾ ਸੀਗਾ ਵੀ ਉੱਤੇ ਬੰਦਾ ਨਹੀਂ ਬਹਿ ਸਕਦਾ। ਉਹ ਇੱਕ ਤੇ ਉਹਨਾਂ ਕੋਲ ਘੋੜਾ ਤੇ ਇੱਕ ਉਹ ਸਰਦਾਰ ਵੇਖ ਕੇ ਖਲੋ ਗਏ ਬੰਦਿਆਂ ਨੂੰ, ਪਿਆਰ ਬੜਾ। ਉਹ ਕਿਤੇ ਬੰਦਿਆਂ ਦੇ ਮੂੰਹ ਚੋਂ ਨਿਕਲ ਗਿਆ ਵੀ ਤੁਸੀਂ ਇੱਥੇ ਚੜ੍ਹਦੇ ਕਿਉਂ ਨਹੀਂ। ਮੈਂ ਕਹਿੰਦਾ ਵੀ ਅੱਲਾਹ ਤਾਲਾ ਖੁਦਾ ਹਾਜ਼ਰ ਨਾਜ਼ਰ ਆ। ਉਹ ਆਂਦੇ ਜਿੰਨਾ ਤੁਹਾਨੂੰ ਵੇਖ ਕੇ ਅਸੀਂ ਖੁਸ਼ ਹੋਏ ਆ ਨਾ, ਸਾਡਾ ਮਨ ਉਨਾ ਹੀ ਨਾਰਾਜ਼ ਹੋਇਆ। ਬਸ ਹੁਣ ਤੁਸੀਂ ਸਾਡੀਆਂ ਅੱਖਾਂ ਤੋਂ ਪਾਸੇ ਚਲ ਜਾਓ ਵੀ ਇਹ ਸਾਡੇ ਪੀਰੋ ਮੁਰਸ਼ਿਦ ਐਲੀਆ ਉਹਨਾਂ ਦੀ ਗੱਦੀ ਦਾ ਘੋੜਾ ਵਾ। ਅਸੀਂ ਤਾਂ ਸੋਚਦੇ ਵੀ ਨਹੀਂ ਇਹ ਗੱਲ। ਇਸ ਕਰਕੇ ਘੋੜੇ ਦੇ ਨਾਲ ਜਿਹੜਾ ਮਨੁੱਖੀ ਤਰਜਮਾ ਜੁੜਿਆ ਨਾ, ਸਿਆਣਪ ਦਾ ਜੁੜਿਆ ਵੀ ਘੋੜਾ ਕਿੱਥੇ ਕੀ ਆ ਕੀ ਨਹੀਂ। ਕਿਉਂਕਿ ਇਹਦੇ ਤੇ ਕਹਿੰਦੇ ਖੁਦ ਹਜ਼ਰਤ ਮੁਹੰਮਦ ਸਾਹਿਬ ਇੱਥੇ ਚੜ੍ਹਦੇ ਰਹੇ। ਗਾਂ ਉਹਨਾਂ ਦੇ ਦੋਤੇ ਸੀਗੇ ਹਸਨ ਹੁਸੈਨ, حضرت امام حسن حسین ਨਾ ਹਸਨ ਹੁਸੈਨ, جی جی ਉਹ ਸਵਾਰ ਹੋਏ, ਨਾਤੀ। ਉਹਨਾਂ ਦੇ ਜਰਨੈਲ ਸਵਾਰ ਹੋਏ। ਤੇ ਮੈਨੂੰ ਮੇਰਾ ਵੀ ਇਸਲਾਮ ਦੇ ਵਿੱਚ ਸਭ ਤੋਂ ਵੱਡਾ ਜਿਹੜੀ ਜੰਗ ਆ ਉਹ کربلا ਦੀ ਹੈ ਜੀ। کربلا کی کربلا ਦਾ ਜਿਹੜਾ جنگ ਆ ਵੀ یعنی بہت جنگیں ہوئی ہیں اور سب تو- غزوات ہوئے ہیں، لیکن یہ ایک ایسی ہے کہ جس نے اسلامک تاریخ کو زندہ کیا، یعنی یہ قربانی کی انتہا پر ہاں حضرت امام آپ لیں آپ لوگ میں منگا رہا ہوں ادھر دو دوسری لو ਕਿਤਨੀ ਵੱਡੀ ਗੱਲ ਆ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਦਰਬਾਰ ਸਾਹਿਬ ਦੀ ਨੀਂਹ ਰੱਖੀ ਗਈ ਆ, ਸਾਈਂ ਮੀਆਂ ਮੀਰ ਜੀ, میاں میر ਸਾਈਂ ਮੀਆਂ ਮੀਰ ਜੀ ਨੂੰ ਲਾਹੌਰ ਤੋਂ ਬੁਲਾਇਆ। ਜਦੋਂ ਇਹ ਵਿਚਾਰ ਹੋਈ ਵੀ ਨੀਂਹ ਕੌਣ ਰੱਖੇ, ਉਹਨਾਂ ਆਖਿਆ ਵੀ ਨੀਂਹ ਕੋਈ ਬਹੁਤ ਹੀ ਉੱਚੀ ਸੁੱਚੀ ਹਸਤੀ, نانکانہ صاحب ਨਹੀਂ ਦਰਬਾਰ ਸਾਹਿਬ ਦਰਬਾਰ ਹਰਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਜੀ ਨੇ ਰੱਖੀ। ਬੜਾ ਪਿਆਰ ਸੀ ਜੀ ਗੁਰੂ ਸਾਹਿਬ ਦਾ ਤੇ ਸਾਈਂ ਮੀਆਂ ਮੀਰ ਜੀ بے ਦਾ। شک ਤੇ ਉਸ ਤੋਂ ਬਾਅਦ ਜਨਾਬ ਜਦੋਂ ਸਿੱਖਾਂ ਦੇ ਉੱਤੇ ਬਸੰਤ ਆਈ ਆ, ਸਿੱਖ ਰਾਜ ਆਇਆ ਵਾ, ਤੇ ਸਿੱਖ ਰਾਜ ਦੇ ਪਹਿਲੇ ਪ੍ਰਾਈਮ ਮਿਨਿਸਟਰ ਫਕੀਰ ਅਜੀਜ਼ੁਦੀਨ, ਫਕੀਰ ਅਜੀਜ਼ੁਦੀਨ ਪ੍ਰਾਈਮ ਮਿਨਿਸਟਰ ਤੋਂ ਬਾਅਦ ਸਿੱਖ ਰਾਜ ਦੇ ਵਿਦੇਸ਼ ਮੰਤਰੀ ਬਣੇ। ਬੜੇ ਬੜੇ ਜਰਨੈਲ, ਤੋਪਖਾਨੇ, ਅਸਲੇ ਰਸਾਲੇ ਦੇ ਜਿਹੜੇ ਉਹਨੂੰ ਚਲਾਉਣ ਵਾਲੇ ਸੀਗੇ, ਉਹ ਜ਼ਿਆਦਾਤਰ ਬਹੁਤ ਮੁਸਲਮਾਨ ਜਰਨੈਲ ਸ਼ੇਰੇ ਪੰਜਾਬ ਦੀ ਫੌਜ ਦੇ ਵਿੱਚ ਸੀਗੇ। ਮਾਖੇ ਖਾਨ, آج بھی آپ کی بات کٹ رہی ہے ਉਹਨਾਂ ਬਜ਼ੁਰਗਾਂ ਦਾ ਪਿਆਰ ਹੀ ਆਪਾਂ ਨੂੰ ਲੈ ਕੇ ਬੈਠਾ। کہ آپ لوگوں کو دیکھنے کے بعد جو آپ کا زندگی گزارنے کا جو طریقہ ہے، جو لائف اسٹائل ہے، جو لباس ہے، جو جذبات ہیں، جو آپ نے اپنے آپ کو اس ماڈرن دنیا میں، جس دنیا کے پیچھے لوگ پاگلوں کی طرح دوڑ رہے ہیں، جی اس دنیا سے اپنے آپ کو، اپنی تہذیب کو جو بچا کے رکھا ہے اور زندہ رکھا ہے، یہ ایک بہت بڑی سیکریفائس ہے، بہت بڑی قربانی ہے، اور اس قربانی کو اور ان جذبات کو ہم سمجھ نہیں پا رہے ہیں۔ اور آپ حضرات کو دیکھنے کے بعد نا ایک ذہن میں 1400 سال، 1450 سال پروفٹ محمد رسول اللہ صلی اللہ علیہ وسلم کے اس دور کی طرف کبھی ہم تصور کرتے ہیں اور اس کو امیجنیشن میں اپنے لانے کی کوشش کرتے ہیں، تو دیکھتے ہیں کہ جو وہ دور تھا نا کہ جس میں انسان کو اپنے آپ کو سنوارنے کا وقت نہیں تھا، جی ان کو جو تھا رب کے راستوں میں ظلم اور ظالم کے خلاف، یعنی حضرت عمر فاروق رضی اللہ عنہ جو اسلام کے دوسرے خلیفہ ہیں، ان کی جب ہم تاریخ پڑھتے ہیں تو پتہ چلتا ہے کہ انہوں نے دن گھوڑے کی پشت پر اور رات مسلح کی پشت پر گزاری ہے۔ مسلح کہتے ہیں نماز پڑھنے کا وہ کپڑا، ਜਿਹਦੇ ਉੱਤੇ ਆਪਾਂ ਨਮਾਜ਼ ਪੜਨ ਲੱਗਿਆਂ ਬੈਠਨੇ ਆ, ਉਹਨੂੰ ਮੁਸੱਲਾ ਕਹਿੰਦੇ ਆ مسلح ਤੇ ਬੜੀ ਪਵਿੱਤਰ ਚੀਜ਼ ਹੁੰਦੀ ਆ ਉਹ। دن گھوڑے کی پشت پر اور رات مسلح کی پشت پر، یعنی دن اس کی پشت پر گزارا کہ جو جس کی قسم رب نے اٹھائی، والعادیات ضبحا، یہ جو گھوڑے کی پشت پر دن گزارنے کا مقصد ہے، یہ ہے کہ ظالم اور ظلم کے خلاف
परमात्मा रब की ज़मीन पर घूम कर अपनी हुकूमत को, अपने अदल को, इस्लाम के इंसाफ को कायम रखने की कोशिश की और रात में मुसल्ले की पुश्त पर सवार होकर अपने रब के हुजूर अपना सजदा रेज हो गए। सुभान अल्लाह। ये ज़िंदगी। तो एक तो ये रसूलुल्लाह सल्लल्लाहु अलैहि वसल्लम की सुन्नत है, सहाबा की सुन्नत है, ये सहाबा की सुन्नत है। आज मुसलमानों ने अपनी जो इस्लामिक शक्ल थी, रिलीजियस फॉर्म थी, उसको ख़त्म कर दिया। आज तो पता नहीं चलता कि हमारी आइडेंटिटी क्या थी। जरूरी है वो बहुत ज़रूरी है कुर्ता तो भाई जी। ये सुन्नत कुर्ता है। ये जो है अरबों का जो लिबास आप देखेंगे तोप, वो इसी से इंस्पायर्ड है। ये फ़कीराना लिबास है, ये आपके अंदर आजिज़ी, इनकिसारी और हम्बलनेस पैदा करता है। इंसान के पातशाह महाराज ने जी बाणा क्या जी, बाणी बाणा। तो ये जो सुन्नत है साहब, वो आपके पास है और आपका आज जो जज्बात हैं इसके साथ जुड़े हुए, वो यानी हमारे लिए, सबके लिए बहुत बड़ा बंद कर रहा हूँ जी, ये डिस्टर्ब ना करें। हम आपकी तकरीर सुनने आए हैं। नहीं तकरीर नहीं, आपके लफ्ज इतना ज़्यादा मन को मोह रहे हैं। मुझे तो साहब आज आपसे मिल के बड़ी खुशी एक हुई। बात और है, जी जी जी। जब पंजाबी बंदा हिंदी बोलता है ना, वो ऐसे लगता है जैसे झूठ बोल रहा हो। पंजाबी समझते हैं बाबा जी, ਤੁਸੀਂ है ना। और ਜਿਹੜੇ ਤੁਹਾਡੇ ਪਰਿਵਾਰ ਇੱਥੇ ਰੋਜ਼ਾ ਸ਼ਰੀਫ ਰਹਿੰਦੇ ਆ, ਅਲੀ ਹੁਣੀ ਹੋ ਗਏ, ਵੀਰ ਜੀ ਹੁਣੀ ਹੋ ਗਏ, ਖਲੀਫਾ ਸਾਹਿਬ ਹੋ ਗਏ, जी जी ਸਾਡਾ ਰਹਿਣਾ ਸਹਿਣਾ, ਖਾਣਾ ਪੀਣਾ, ਬਾਤਚੀਤ, ਅਸੀਂ ਮਿਲਦੇ ਗਿਲਦੇ ਰਹਿੰਦੇ ਆ। ਜਦੋਂ ਸਾਨੂੰ ਲੋੜ ਹੁੰਦੀ ਆ, ਇਸ ਇਮਾਰਤ ਦੀ ਵਰਤੋਂ ਅਸੀਂ ਕਰਦੇ ਆ ਜੋੜ ਮੇਲੇ 'ਚ। ਇਹਦੀਆਂ ਚਾਬੀਆਂ ਸਾਡੇ ਕੋਲ ਹੁੰਦੀਆਂ। ਅੱਜ ਆਪਾਂ ਰੋਜ਼ਾ ਸ਼ਰੀਫ ਬੈਠੇ ਆ, जी जी ਜਿਹੜੀ ਸਾਡੀ ਰਿਹਾਇਸ਼ਗਾਹ ਵਾ ਸਰਾਵਾਂ ਨੇ, ਜਦੋਂ ਖਲੀਫਾ ਸਾਹਿਬ ਆਉਣ, ਪ੍ਰਬੰਧ ਹਾਜ਼ਰ ਨਾਜ਼ਰ ਹੁੰਦਾ, ਉਹ ਚਾਬੀਆਂ ਇਹਨਾਂ ਕੋਲ ਹੁੰਦੀਆਂ। ਧਰਮ ਤੇ ਪਿਆਰ ਇੰਨਾ ਕਾਇਮ ਆ। ਆਪਾਂ ਇਹ ਦਰਗਾਹ ਹਜ਼ਾਰਾਂ ਸਾਲ ਪੁਰਾਣੀ ਹੈ। ਜਦੋਂ ਮੁਗਲਾਂ ਦਾ ਤੇ ਸਿੱਖਾਂ ਦਾ ਜੰਗ ਹੋਇਆ, ਤੇ ਤੁਸੀਂ ਇੱਕ ਗੱਲ ਦਾ ਧਿਆਨ ਰੱਖੋ, ਐਮਪਾਇਰ ਇੱਥੇ ਹੈ ਨਹੀਂਗਾ ਮੁਗਲਾਂ ਦਾ, ਪਰ ਇੱਕ ਦਰਗਾਹ, ਮਸਜਿਦ, ਮਕਬਰਾ ਇੰਨੇ ਸਤਿਕਾਰ ਨਾਲ ਅੱਜ ਵੀ ਸਰਹੰਦ ਚ ਕਾਇਮ ਆ, ਕਿਉਂਕਿ ਇਸਲਾਮ ਦਾ ਸਤਿਕਾਰ ਆ। ਹਜ਼ਰਤ ਮੁਹੰਮਦ ਸਾਹਿਬ ਦੀ ਉਸ ਉਮਤ ਦਾ ਸਤਿਕਾਰ ਆ, ਸੱਲੱਲਾਹੁ ਹਜ਼ਰਤ ਮੁਹੰਮਦ ਸਾਹਿਬ। बेशक बेशक। ਤੇ ਹੁਣ ਆਪਾਂ ਕਿਹੜੀ ਗੱਲ ਕਰੀਏ ਤੇ ਕਿਹੜੀ ਨਾ ਕਰੀਏ। ਗੁਰੂ ਘਰ ਦੇ ਜਰਨੈਲ ਕਾਲੇ ਖਾਨ ਪਠਾਨ, ਪੀਰ ਬੁੱਧੂ ਸ਼ਾਹ, जी ਗਨੀ ਖਾਨ, ਨਬੀ ਖਾਨ, ਨਿਹੰਗ ਖਾਨ ਕੋਟਲਾ, ਤਾਰੀਖ ਪਾਸੇ ਨਹੀਂ ਜਾ ਸਕਦੀ। ਉਹੀ ਪਿਆਰ ਆਪਾਂ ਨੂੰ ਲੈ ਕੇ ਬੈਠਾ ਜੀ। बेशक। ਦੇਖੋ ਮੇਰੇ ਇੱਕ ਦੋਸਤ ਹੈ ਜੀ, ਮੈਂ ਉਸ ਦਿਨ ਵੀ ਦੱਸਿਆ ਤਾਂ, ਰੀਤ ਮਹਿੰਦਰਜੀਤ ਸਿੰਘ ਪਟਿਆਲੇ ਤੋਂ। ਅੱਜ ਸਵੇਰ ਮੈਨੂੰ ਮੈਸੇਜ ਭੇਜਿਆ, ਮੈਂ ਜੋ ਮੈਸੇਜ ਬੜਾ ਸੁਣਿਆ ਉਹਦਾ ਧਿਆਨ ਨਾਲ, ਤੇ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਬਾਬਾ ਨਾਨਕ ਜੀ ਔਰ ਭਾਈ ਮਰਦਾਨਾ ਜਦ ਖੁਰਮ ਦਰਿਆ ਦੇ ਕਿਨਾਰੇ ਤੇ ਥੇ ਜੀ ਔਰ ਆਖਰੀ ਵਕਤ ਭਾਈ ਮਰਦਾਨਾ ਜੀ ਦਾ ਆ ਗਿਆ ਥਾ, ਜੀ ਤਾਂ ਭਾਈ ਮਰਦਾਨਾ ਜੀ ਨੂੰ ਬਾਬਾ ਜੀ ਨੇ ਕਿਹਾ ਕਿ ਮਰਦਾਨੇ ਆਰਾਮ ਕਰ ਲੈਂਦੇ ਆ। ਉਹ ਕਹਿੰਦੇ ਜੀ ਬਾਬਾ ਜੀ ਤੁਹਾਡਾ ਹੁਕਮ ਆ ਕਿ ਆਪਾਂ ਆਰਾਮ ਕਰ ਲੈਂਦੇ ਆ। ਕਹਿੰਦੇ ਭਾਈ ਬਾਬਾ ਜੀ ਬੈਠ ਗਏ ਔਰ ਭਾਈ ਮਰਦਾਨਾ ਜੀ ਪੈ ਗਏ। ਬਾਬਾ ਜੀ ਨੇ ਹੱਥ ਲਾ ਕੇ ਮੱਥੇ ਤੇ ਦੇਖਿਆ ਕਿ ਬੁਖਾਰ ਹੈ ਬਹੁਤ ਜ਼ਿਆਦਾ। ਇਦਾਂ ਹੀ ਕਹਿੰਦੇ ਫਿਰ ਹੋਰ ਕਰੀਬ ਹੋ ਕੇ ਬਾਬਾ ਜੀ ਨੇ ਸਿਰ ਆਪਣੇ ਗੋਦੀ 'ਚ ਰੱਖ ਲਿਆ, ਗੋਦੀ 'ਚ ਹੱਥ ਰੱਖ ਕੇ ਕਿਹਾ ਕਿ ਮਰਦਾਨੇ ਮੈਨੂੰ ਐ ਜਾਪਦਾ ਵੀ ਆਪਣੇ ਹੁਣ ਵਿਛੋੜੇ ਦਾ ਟਾਈਮ ਆ ਗਿਆ, ਜੀ ਵੀ ਤੂੰ ਮੰਗ ਕੀ ਮੰਗਦਾ। ਕਹਿੰਦੇ ਵੀ ਤੈਨੇ ਮੇਰੇ ਨਾਲ ਬੜਾ ਟਾਈਮ ਉਹ ਕਰਿਆ, ਜੀ, ਜੀ, ਜੀ। ਤੈਨੂੰ ਮੇਰੇ ਅਲਫਾਜ਼ 'ਚ ਫਰਕ ਆ ਸਕਦਾ, ਲੇਕਿਨ ਯਾਨੀ ਉਹ ਵਰਡਿੰਗ ਮੇਰੇ ਜ਼ਿਹਨ 'ਚ ਘੁੰਮ ਰਹੀ ਥੀ कि खिदमत की है। ਤੇ ਹਾਂ ਵੀ ਜ਼ਮੀਨ ਦੇ ਉੱਪਰ ਦੀ ਜਿਹੜੀ ਚੀਜ਼ ਮੰਗੇਗਾ ਮੰਗ। ਕਹਿੰਦੇ ਉਹਨਾਂ ਨੇ ਉਸ ਵਕਤ ਭਾਈ ਮਰਦਾਨਾ ਜੀ ਨੇ ਯਾਨੀ ਇੱਕ ਸਾਥ ਮੰਗਿਆ ਔਰ ਕਿਹਾ ਕਿ ਜੀ ਆਪਣਾ ਸਾਥ ਬਣਿਆ ਰਹੇ। ਲੇਕਿਨ ਸਾਡੇ ਇੱਕ ਦੋਸਤ ਨੇ ਇਹਦੀ ਵਿਆਖਿਆ ਕਰਕੇ ਸਾਨੂੰ ਬਾਤ ਸਮਝਾਈ, ਡਾਕਟਰ ਸਾਹਿਬ ਨੇ, ਕਿ ਜਿਹੜਾ ਉਹ ਸਾਥ ਮੰਗਿਆ ਤਾਂ ਵਿਛੋੜੇ ਦਾ ਟਾਈਮ ਥਾ। ਉਹ ਸਾਥ ਮੰਗਣ ਦਾ ਮਕਸਦ ਕੀ ਥਾ ਕਿ ਇਹ ਦੋ ਕੌਮਾਂ
ਆਪਸ 'ਚ ਜੁੜੀਆਂ ਰਹਿਣ ਔਰ ਸਾਥ ਚੱਲਦੀਆਂ ਰਹਿਣ। ਉਹ ਤਾਂ ਜਾ ਰਹੇ ਤੇ ਉਹਦਾ ਅਕਾਲ ਚਲਾਨਾ ਹੋ ਰਿਹਾ ਥਾ ਉਹਨਾਂ ਦਾ ਤਾਂ, ਜੀ ਲੇਕਿਨ ਉਹ ਮੰਗ ਰਹੇ ਆ ਸਾਥ ਕਿ ਸਾਡਾ ਸਾਥ ਹਮੇਸ਼ਾ ਹਮੇਸ਼ਾ ਰਹੇ। नस्ल दर नस्ल जो है ये मोहब्बत चलती रहे। ਕੌਮਾਂ ਨੂੰ ਸਮਝਾਇਆ ਗਿਆ ਥਾ, ਜਿਵੇਂ ਬਾਬਾ ਜੀ ਨੇ ਦੱਸਿਆ ਵੀ ਇਹ ਦੋ ਮਰਦ ਮੁਜਾਹਿਦ ਕੌਮਾਂ ਜਿਹੜੀਆਂ ਅਸਤਰ ਔਰ ਹਾਂਜੀ ਘੋੜਸਵਾਰੀ ਔਰ ਸ਼ਸਤਰ ਸੁਭਾਨ ਪਿਆਰ ਕਰਦੀਆਂ, ਇਹਨਾਂ ਦਾ ਖੂਬੀ ਰਹੀ। ਤਾਂ ਉਹ ਚੀਜ਼ ਮੰਗੀ ਗਈ ਸੀ ਕਹਿੰਦੇ ਉਹ ਆਪਾਂ ਨੂੰ ਸਮਝਾਉਣ ਵਾਸਤੇ ਸੀ ਕਿ ਆਪਾਂ ਆਪਸ ਇੱਕ ਹੋ ਕੇ ਚੱਲਦੇ ਰਹੀਏ। ਦੇਖੋ ਜੀ, ਪਠਾਨ ਜਿਹੜੀ ਪਠਾਨ ਕੌਮ ਜਿਹਦੇ ਨਾਲ ਖਾਨ ਲੱਗਦਾ, ਖਾਨ ਸ਼ਬਦ ਪਠਾਨਾ ਨਾਲ ਲੱਗਦਾ। ਇਹ ਹਜ਼ਰਤ ਪਠਾਨ ਹੀ ਹੈ ਜੀ, ਖਾਨ। ਮੈਨੂੰ ਉਦੋਂ ਹੀ ਪਤਾ ਲੱਗ ਗਿਆ ਜਦੋਂ ਖਾਨ ਸ਼ਬਦ ਹੈ ਨਾ, ਖਾਨ ਸ਼ਬਦ ਜਦੋਂ ਲੱਗੂਗਾ ਪਠਾਨ ਦੇ ਬੱਚੇ ਦੇ ਨਾਲ ਲੱਗੂਗਾ, ਸਿੰਘ ਸ਼ਬਦ ਲੱਗੂਗਾ ਖਾਲਸੇ ਦੇ ਨਾਲ। ਦੁਨੀਆ ਦੇ ਨਕਸ਼ੇ ਦੇ ਉੱਤੇ ਐਸੀ ਕੋਈ ਤਵਾਰੀਖ ਨਹੀਂ ਗੀ, ਐਸੀ ਕੋਈ ਸਲਤਨਤ ਨਹੀਂ ਗੀ, ਐਸੀ ਕੋਈ ਸਭਿਅਤਾ ਨਹੀਂ ਗੀ ਜਿਹੜੀ ਇਹਨਾਂ ਦੋਵਾਂ ਦਾ ਮੁਕਾਬਲਾ ਕਰਦੀ ਹੋਵੇ। ਬਹਾਦਰ, ਫਲੀ ਕੰਧਾਰੀ ਬਹਾਦਰ। ਤੇ ਮੈਂ ਤੇ ਇਹ ਕਹਿਣਾ ਵਾਂ, ਅੱਜ ਦਾ ਜਿਹੜਾ ਦੁਸ਼ਮਣ ਆ ਨਾ ਸਮੇਂ ਦਾ, ਆਪਣੇ ਦੋ ਕੌਮਾਂ ਦਾ, ਉਹ ਸਾਇਲੈਂਟ ਆ, ਵਾਰ ਕਰ ਰਿਹਾ ਵਾ, ਪਰ ਉਹਦੀ ਇੰਨੀ ਹਿੰਮਤ ਨਹੀਂ ਸਾਹਮਣੇ ਆ ਕੇ ਕਰੇ। ਅੰਦਰ ਖਾਤੇ ਸਾਰਾ ਕੁਝ ਨੁਕਸਾਨ ਕਰ ਰਿਹਾ ਸਾਡਾ। ਪਰ ਜੇ ਕਿਤੇ ਆਪਣੀਆਂ ਦੋ ਕੌਮਾਂ ਰਣਤੱਤੇ 'ਚ ਵੀ ਇੱਕ ਦੂਜੇ ਦੇ ਵਿਰੁੱਧ ਹੋਈਆਂ ਨਾ, ਉਹ ਮਰਦਾਂ ਵਾਂਗ ਲੜੇ ਆ। ਜੇ ਕਿਤੇ ਯੁੱਧ ਵੀ ਹੋਏ ਆ ਨਾ, ਆਮੋ ਸਾਹਮਣੇ ਫੈਸਲਾ ਕੋਈ ਯੁੱਧ ਹੋਏ ਆ, ਪਿਆਰ ਤਾਂ ਹੈ ਹੀ ਹੈ। ਤੇ ਯੁੱਧ ਤੇ ਡਾਕਟਰ ਸਾਹਿਬ ਮਿਸਲਾਂ ਦੇ ਵੀ ਆਪਸ 'ਚ ਹੋ ਗਏ, ਘਰਾਂ 'ਚ ਵੀ ਲੜ ਪਈਦਾ। ਲੜਾਈ ਮਰਦਾਂ 'ਚ ਹੁੰਦੀ ਆ ਦੁਨੀਆ ਦੇ ਵਿੱਚ। ਕਦੀ ਵੀ ਹੁਣ ਮੈਂ ਲਫ਼ਜ਼ ਨਹੀਂ ਵਰਤਣਾ ਚਾਹੁੰਦਾ, ਨਾ ਮਰਦ ਬੰਦੇ ਸ਼ਸਤਰ ਨਹੀਂ ਚੁੱਕ ਸਕਦੇ, ਮਰਦ ਬੰਦੇ ਹੀ ਸ਼ਸਤਰ ਚੁੱਕਦੇ। ਜੰਗਾਂ ਮਰਦਾਂ 'ਚ ਹੁੰਦੀਆਂ ਵਾ। ਤੇ ਇਸ ਕਰਕੇ ਮੈਂ ਵੀਰਾਂ ਨੂੰ ਕਹਿਣਾ ਚਾਹੁੰਦਾ, ਆਜੋ ਬਹਿ ਜਾਓ। ये ਖੜੇ ਆ ਤੁਹਾਡੀ ਵੀ ਉਹਨਾਂ ਨੂੰ ਆਈਡੀਆ ਨਹੀਂ ਥਾ ਵੀ ਤੁਸੀਂ ਕੁਝ ये जो साहब पठान है ना, ਇਹ ਥਾ ਵੀ ਤੁਸੀਂ ਕੁਝ ਲਵੋਗੇ। ਹਾਂ, ਮੈਂ ਕਹਿੰਦਾ ਵੀਰ ਲਵੇ ਥੋੜਾ ਬਹੁਤ। ਆਪਾਂ ਦੇ ਨਾ ਵੇਖੋ ਜੀ, ਇਹ ਤਾਂ ਹੁਣ ਸਿਲਸਿਲਾ ਚੱਲਦਾ ਰਹਿਣਾ। जी 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 ਸ਼ਰਦਾਈਆਂ, ਪਾਣੀ, ਖਾਣਾ ਪੀਣਾ ਜੋ ਵੀ ਆ। ਅੱਜ ਥੋੜਾ ਜਿਹਾ ਮੈਨੂੰ ਇਹ ਆ ਵੀ ਆਪਾਂ ਲਫ਼ਜ਼ਾਂ ਨੂੰ ਜ਼ਿਆਦਾ ਤਰਜੀਹ ਦਈਏ, ਬਿਲਕੁਲ ਬਿਲਕੁਲ ਕਿਉਂਕਿ ਜਿਹੜੀ ਮੁਲਾਕਾਤ ਹੈ ਨਾ, ਹਰ ਇੱਕ ਬੰਦੇ ਨੂੰ ਪਤਾ ਲੱਗੇ। ये लफ्ज़ पठान जो है ये दरअसल एक लकड़ी होती है जिसको बतान कहते हैं। वो मजबूत लकड़ी जो ये सफ़ीना नाव जी बनाने में और पानी के जहाज़ बनाने में काम आती थी। अच्छा, किश्तियाँ थे? किश्तियाँ पुराने ज़माने में जी, कि वो अगर सालों पानी में पड़ी रहे तो वो और मजबूत हो जाती थी। तो जब ये कौम जो है मोहम्मद साहब पर ईमान लाई और उनके साथ कई गज़वात, कई जंगों में लड़ी बड़ी बहादुरी से, जी, इस कौम के जो फोर फादर्स थे उनका नाम था कैस बिन आयस। और जब इनको मालूम हुआ मक्का में एक रब के प्रॉफिट, एक नबी, एक पैगंबर आए हैं, तो इन्होंने पूरे खुरासान को फ़तेह कर लिया था। ये जो खुरासान है आज की तारीख़ में, वो खुरासान 3 जगह बटा हुआ है। खुरासान ईरान का हिस्सा है और एक शहर भी है, और खुरासान तुर्कमानिस्तान में है और अफ़गानिस्तान में है। जी, ये 3 बिल्कुल। ये तो इस पूरे ख़ित्ते पर उनकी हुकूमत थी। उन्होंने जब ये मालूम हुआ कि एक पैगंबर आए हैं रब के, तो उन्होंने अपनी फ़ौज के मज़बूत लोगों को जमा किया और कहा कि हम जाएंगे और देखेंगे कि वो अगर रब के हकीकी नबी और पैगंबर हैं तो हम उनका दीन कबूल कर लेंगे, वरना हम उनसे लड़ेंगे। ये था जी। तो मदीना की तरफ मक्का से मोहम्मद साहब रसूलुल्लाह सल्लल्लाहु अलैहि वसल्लम हिजरत करके पहुँचे। ये गए और इन्होंने जाके जब पहली नज़र पड़ी रसूलुल्लाह सल्लल्लाहु अलैहि वसल्लम से, पहली मुलाकात, तो फ़ौरन उनका दीन इस्लाम कबूल किया और उनके साथ कई जंगों में ये लड़े और बड़ी बहादुरी से लड़े। तो रसूलुल्लाह सल्लल्लाहु अलैहि वसल्लम ने इनकी तारीफ़ में कहा, आफरी आफरी या बतान या बतान, यानी वो बतान फिर पठान बन गया। वाह। क्योंकि पे लफ्ज़ जो है वो अरबी में नहीं है, पे जिसमें 3 नुक्ते लगते हैं, और वहाँ बे है। तो जैसे पेप्सी को अरब जो हैं वो बेप्सी कहते हैं, वो ना है नहीं। जी। तो और टे भी नहीं है,
تو وہ تے کی جگہ یوز کرتے ہیں. تو بتان سے پٹھان, یہ جو ہے واہ جی واہ 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 واہ. یہ اس کی تاریخ ہے. ਮੈਂ ਕਹਿਣਾ ਵਾ ਵੀ ਵੇਖੋ ਆਪਾਂ ਅੱਗੇ ਗੱਲ ਕੀਤੀ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਸਾਈਂ ਮੀਆਂ ਮੀਰ ਨੇ. ਹਰਮੰਦਰ ਸਾਹਿਬ ਤੇ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਵਾ 84 ਦਾ, ਇੱਕ ਇਸਲਾਮ ਦੀ ਹੀ ਕਲਮ ਆ ਅਫਜ਼ਲ ਰੰਧਾਵਾ ਸਾਹਿਬ, ਜਿਨ੍ਹਾਂ ਨੇ ਉਸ ਘੱਲੂ ਘਾਰੇ ਦਾ ਹੌਕਾ ਲਿਆ. ਤੇ ਉਹ ਮੈਂ ਲੈਣਾ ਵੀ ਕੁਝ ਦੱਸਣੀਆਂ ਚਾਹੁੰਦਾ, ਕਿਤੇ YouTube ਤੇ ਜਾਓ ਅਫਜ਼ਲ ਅਹਿਸਾਨ ਇਸ ਤਰ੍ਹਾਂ ਕਰਕੇ ਅਫਜ਼ਲ ਰੰਧਾਵਾ ਸਾਹਿਬ, ਮੈਨੂੰ ਨਾਂ ਯਾਦ ਆ, ਮੈਂ ਪੂਰਾ ਨਾਂ ਕਰ ਲੈਣਾ. ਤੇ ਜਦੋਂ ਉਹਨਾਂ ਨੇ ਉਹ ਹੌਕਾ ਲਿਖਿਆ ਕਵਿਤਾ ਦੇ ਰੂਪ 'ਚ, ਉਹ ਕਹਿੰਦੇ ਵੀ ਦਰਬਾਰ ਸਾਹਿਬ ਤੇ ਹਮਲਾ, ਮੈਨੂੰ ਐਂ ਲੱਗਾ ਜਿਵੇਂ ਮੇਰੇ ਸਰੀਰ ਤੇ ਹਮਲਾ ਹੋਇਆ. ਤੇ ਉਹ ਕਹਿੰਦੇ ਵੀ ਦਰਬਾਰ ਸਾਹਿਬ ਦੀ ਜਿਹੜੀ ਦਿੱਖ ਆ ਉਹ ਪੰਜਾਬ ਤੇ ਪੰਜਾਬੀਅਤ ਲਈ ਸਰਮੌਰ ਆ, ਸਰਵੋੱਚ ਆ. ਵੀ ਜੇ ਜੋ ਦਰਬਾਰ ਸਾਹਿਬ ਆ ਨਾ, ਉਹ ਇੱਕ ਪੰਜਾਬ ਦਾ ਦਿਲ ਆ. ਹਰਮੰਦਰ ਸਾਹਿਬ ਵੀ ਉੱਤੇ ਹਮਲਾ, ਮੈਨੂੰ ਐਂ ਲੱਗਾ ਮੇਰੇ ਸਰੀਰ ਤੇ ਹਮਲਾ ਹੋਇਆ. ਤੇ ਨਾਲੇ ਉਹ ਵਿਰਾਗ ਚਾਹੇ ਤੇ ਉਹ ਨਜ਼ਮ ਬੜੀ ਤਕੜੀ ਆ. ਸੁਣ ਰਹੀ ਆ ਕਰਮਾਂ ਵਾਲਿਆ, ਮੇਰੀ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ, ਮੇਰੇ ਦਿਨ ਨੂੰ ਖਾ ਗਈ ਰਾਤ. ਵਾਹ. ਤੇ ਹੁਣ ਆਪਣਾ ਉਹ ਮੈਨੂੰ ਯਾਦ ਨਹੀਂ ਗਈ ਪੂਰੀ, ਕਿਉਂਕਿ ਬੜੀ ਲੰਬੀ ਆ ਉਹਦੀ ਸ਼ੁਰੂਆਤ ਆ. ਤੇ ਜਦੋਂ ਪੜ੍ਹ ਰਹੇ ਨੇ ਤੇ ਪੜ੍ਹਦਿਆਂ ਤੇ ਮੈਂ ਗੱਲ ਦੱਸਣਾ ਚਾਹੁੰਦਾ ਵਾਂ ਵੀ ਜੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਿਆਨ ਕੀਤੀ, ਗਾਂਜੇ ਸ਼ਹੀਦਾਂ ਪੁਸਤਕ ਆ, ਅੱਲਾ ਯਾਰ ਖਾਂਜੋਗੀ ਨੇ ਕੀਤੀ. ਨਾਨਕ ਕੀ ਕਸਮ ਹੈ, ਕਰਤਾਰ की सौगंध है, नानक की कसम है, जितनी भी तारीफ हो गुरु गोबिंद सिंह की कम है. ਤੇ ਉਹਦੇ ਵਿੱਚ ਵੀ ਘੋੜੇ ਦਾ ਜਦੋਂ ਜ਼ਿਕਰ ਕਰਦੇ ਆ, ਸਾਹਿਬਜ਼ਾਦਾ ਅਜੀਤ ਸਿੰਘ ਜਿਸ ਤਰ੍ਹਾਂ ਚਮਕੌਰ ਸਾਹਿਬ ਘੋੜਾ ਲੈ ਕੇ ਲੜੇ ਆ, ਤਾਊ ਸਾਦਮ ਚਾਂਦ ਸੇ ਸੁੰਭ ਸਰਪ ਸਾ ਤੇਜ. ਤੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਘੋੜੇ ਦੀ ਪਹਿਲਾਂ ਉਹ ਜਰਨੈਲ ਬਾਬਾ ਸ਼ਹੀਦ ਬਾਬਾ ਅਜੀਤ ਸਿੰਘ ਸਾਹਿਬ ਦੇ ਘੋੜੇ ਦੀ ਜਿਹੜੀ ਉਹ ਦਿੱਖ ਪੇਸ਼ ਕਰਦੇ ਵੀ ਉਹ ਘੋੜਾ ਇੰਨਾ ਸੂਰਬੀਰ ਆ, ਇੰਨਾ ਤਕੜਾ ਵਾ ਵੀ ਉਹਦਾ ਜਿਹੜਾ ਦੁੰਬ ਆ, ਪੂਛ, ਉਹ ਮੋਰ ਦੇ ਖੰਭਾਂ ਵਾਂਗੂ ਮੋਟਾ ਤੇ ਲੰਬਾ ਧਰਤੀ ਨਾਲ ਲੱਗ ਰਿਹਾ. ਜਿਹੜੇ ਉਹਦੇ ਸੁੰਭ ਆ, ਸੁੰਭ ਉਹਦੇ ਅਰਧ ਚੰਦਰਮਾ ਵਰਗੇ ਆ. ਜਿਹੜੀ ਉਹਦੀ ਗਰਦਨ ਆ, ਗਰਦਨ ਉਹਦੀ ਜਿਵੇਂ ਨਾਗ ਖੜਾ ਹੁੰਦਾ. ਕਿਉਂਕਿ ਜੰਗ ਦੇ ਵਿੱਚ ਜਰਨੈਲ ਇਹ ਕਹਿੰਦੇ ਵੀ ਘੋੜਾ ਉਹ ਹੋਵੇ ਜਿਹੜਾ ਸਵਾਰ ਨੂੰ ਢੱਕੇ. ਉਹ ਕੁੰਡ ਐ ਕੱਢੇ ਆਪਣੀ ਗਰਦਨ ਦਾ, ਅੱਗੋਂ ਬਖਤਰਬੰਦ ਲੱਗੇ ਹੋਣ ਤਾਂ ਸਵਾਰ ਨੂੰ ਕੱਜੇ, ਵੀ ਉਹਦੀ ਜਿਹੜੀ ਗਰਦਨ ਵਾ ਉਹ ਐ ਸੱਪ ਵਾਂਗੂ ਸਿੱਧੀ ਖੜੀ ਹੈ. ਤੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਇਸ਼ਾਰੇ ਤੇ ਚੱਲ ਰਿਹਾ ਉਹ ਜਿੱਧਰ ਨੂੰ ਵੀ ਜਾ ਰਿਹਾ ਵਾ, ਚੌਂ ਨੁਕਰਾਂ ਨੂੰ ਰਸਾਲੇ ਪਲਟਣਾ ਤਬਾਹ ਕਰੀ ਆ ਰਿਹਾ ਘੋੜਾ. ਤੇ ਘੋੜਾ ਮੂੰਹ ਨਾਲ ਹਮਲੇ ਕਰ ਰਿਹਾ ਦੁਸ਼ਮਣ ਤੇ ਉਹ ਉਸ ਸੀਨ ਨੂੰ ਕਲਮਬੰਦ ਕਰ ਰਹੇ ਨੇ ਤੇ ਪੇਸ਼ ਕਰ ਰਹੇ ਨੇ ਵੀ ਇੱਕ ਐਸਾ ਕੁਦਰਤ ਦਾ ਖੁਦਾ ਦਾ ਨਜ਼ਾਰਾ ਵਾ ਜਰਨੈਲ ਬਾਬਾ ਅਜੀਤ ਸਿੰਘ ਸਾਹਿਬ ਦਾ ਤੇ ਉਸ ਘੋੜੇ ਦਾ ਜਿਹੜਾ ਤਾਲਮੇਲ ਆ ਵੀ ਇੱਕ ਨਜ਼ਰ ਸੂਰਜ ਨੇ ਵੀ ਆਪਣੀਆਂ ਵਾਗਾਂ ਖਿੱਚੀਆਂ ਹੋਈਆਂ ਵਾ ਵੀ ਮੈਂ ਵੀ ਖਲੋਵਾਂ, ਤੇ ਜਰਨੈਲ ਨੂੰ ਲੜਦਿਆਂ ਰਣ ਤੱਤੇ 'ਚ ਤੱਕ ਰਹੇ ਨੇ. ਤੇ ਗੁਰੂ ਸਾਹਿਬ ਦੀ, ਹੁਣ ਆਪਾਂ ਘੱਲੂ ਘਾਰੇ ਦੀ ਗੱਲ ਕੀਤੀ ਆ, ਗੁਰੂ ਸਾਹਿਬ ਦਾ ਮੈਂ ਥੋੜੀ ਜਿਹੀ ਗੱਲ ਦੱਸਣੀ ਚਾਹੁੰਦਾ ਵਾਂ, ਕਿਉਂਕਿ ਗੱਲ ਸਾਰੀ ਆਪਾਂ ਪਿਆਰ ਦੀ ਕਰਨੀ ਬੇਸ਼ੱਕ. ਵੀ ਪੈਂਦੇ ਖਾਂ ਦੀ ਜਦੋਂ ਜਾਨ ਗੁਰੂ ਹਰਗੋਬਿੰਦ ਸਾਹਿਬ ਦੇ ਹੱਥਾਂ 'ਚ ਨਿਕਲੀ ਆ, ਉੱਥੇ ਮਹਾਰਾਜ ਨੇ ਇਹੀ ਕਿਹਾ, ਪੈਂਦੇ ਖਾਂ ਤੂੰ ਮੁਸਲਮਾਨ, ਤੇਰਾ ਅੰਤ ਸਮਾਂ ਵਾ, ਹੁਣ ਕੋਈ ਗੱਲ ਨਾ ਕਰ, ਤੂੰ ਕਲਮਾ ਪੜ੍ਹ, ਲਾ ਇਲਾਹਾ ਇल्लल्लाह ਮੁਹੰਮਦ ਰਸੂਲ, ਇਹੀ ਉਹਦੇ ਅੱਖਰ ਨੇ ਨੇ. ਜੀ ਜੀ ਜੀ. ਚਲੋ ਜਿੰਨਾ ਕੁ ਮੈਨੂੰ ਪਤਾ ਵਾ, ਜੀ ਮੈਨੂੰ ਪੜ੍ਹਨ ਦਾ ਬੜਾ ਵਾ, ਤਾਂ ਹੀ ਮੈਂ ਇਸ ਮੁਲਾਕਾਤ ਦਾ ਬਹੁਤ ਹੀ ਇੰਤਜ਼ਾਰ ਕਰ ਰਿਹਾ ਸੀ. ਮੈਨੂੰ ਮੇਰੇ ਡਾਇਰੈਕਟਰ ਸਾਹਿਬ ਨੇ, ਪ੍ਰੋਡਿਊਸਰ ਸਾਹਿਬ ਨੇ, ਉਦੋਂ ਆਪਣੀ ਫੋਨ ਤੇ ਗੱਲ ਹੋਈ ਹੈ ਨਾ ਜੀ, ਜੀ. ਤੇ ਹੁਣ ਮੈਂ ਤੁਹਾਨੂੰ ਇਹੀ ਕਹੂੰਗਾ ਵੀ ਤੁਸੀਂ ਨੇਜ਼ਾਬਾਜ਼ੀ ਅਕੈਡਮੀ, ਨੇਜ਼ਾਬਾਜ਼ੀ ਸ਼ਬਦ ਵੀ ਤੁਹਾਡਾ ਵਾ, ਸਾਰਾ ਕੁਝ ਆਪਣਾ ਹੈ ਜੀ. ਨੇਜ਼ਾਬਾਜ਼ੀ ਸ਼ਬਦ ਇਸਲਾਮ ਦਾ ਵਾ. ਤੇ ਅੱਜ ਦੀ ਜੇ ਤੁਸੀਂ ਤਾਰੀਖ ਵੇਖੋ, ਫਾਰਸੀ ਕੇ ਜਿਹੜੇ ਅਲਫਾਜ਼, ਇੱਕ ਪਾਕਿਸਤਾਨ ਤੋਂ ਨਵਾਬ ਸਾਹਿਬ ਹੋਏ ਨੇ, ਪ੍ਰਿੰਸ ਆਫ ਪਾਕਿਸਤਾਨ ਨਵਾਬ ਅਤਾ ਮੁਹੰਮਦ ਖਾਨ ਸਾਹਿਬ. ਉਹ ਨੇਜ਼ਾਬਾਜ਼ੀ ਨੂੰ
ਦੁਨੀਆ ਦੇ ਨਕਸ਼ੇ ਤੇ ਲੈ ਕੇ ਗਏ ਆ। ਤੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ, ਲੈ ਕੇ ਵੀ ਇਸਲਾਮ ਦੇ ਪਹਿਰਾਵੇ 'ਚ ਗਏ ਆ। ਆਹੀ ਸਲਵਾਰ ਕੁੜਤਾ, ਸਿਰ ਤੇ ਸ਼ਮਲੇ ਵਾਲੀ ਪੱਗ, ਜਿਵੇਂ ਉਹ ਪਿੰਡ 'ਚ ਨੇਜ਼ਾਬਾਜੀ ਚੱਲ ਰਹੀ ਆ ਤਾਂ ਵੀ ਉਸੇ ਪੋਸ਼ਾਕ 'ਚ ਆ, ਤੇ ਜੇ ਉਹ ਇੰਟਰਨੈਸ਼ਨਲ ਲੈਵਲ ਤੇ ਚੱਲ ਰਹੀ ਆ ਤਾਂ ਵੀ ਉਸੇ ਪੋਸ਼ਾਕ 'ਚ ਆ। ਇਹ ਬੜਾ ਵੱਡਾ ਗੁਣ ਵਾ ਜੀ ਉਹਨਾਂ ਦਾ। ਉਹ ਹੁਣ ਇਸ ਦੁਨੀਆ 'ਚ नहीं गे। अल्लाह ताला उन्होंने जन्नत आज नसीब। भी मैं 2019 में उज़्बेकिस्तान गया, जो रशिया की आज़ाद स्टेट्स है ना, जी। उज़्बेकिस्तान, ताजिकिस्तान, अज़रबैजान। जी। तो आज भी उज़्बेक लोग जो हैं, यानी जहाँ से सेंट्रल एशिया, जहाँ से ये चंगेज़ खान ये सब लोग आए थे। चंगेज़ खान तो मंगोल था ना? मंगोल था जी। तो आज भी उनका जो है शौक़ यही है, एक तरफ लड़कियां बैठी होती हैं और घोड़े के ऊपर नेज़ाबाजी और घोड़े के जो भी स्पोर्ट्स और फन है उसमें जो जी अच्छी परफॉर्मेंस देता है, जी। अच्छी कारकर्दगी दिखाता है जी। और अच्छे फन का मुजाहरा करता है और खेल का, वो लड़कियां उनको पसंद करती हैं, यानी शूरवीर, बहादुर, शुजा। मैं आपसे एक बात पूछना चाहता हूँ, जी। इस मंगोल की तरफ ही एक खेल खेला जाता है, ब से उसका नाम है बुकादी पतनिस करके, वो जो एक जानवर जिसमें वो बकरा उठा के बकरा भागता उठा के, है। ये उसको क्या बोलते हैं? जी, उसका वो अफगानी गेम भी है, सारे कबीले खेलते हैं। सारे कबाइल जो हैं वो खेलते हैं उसको। वो एक हिंदुस्तान में भी फिल्म बनी थी, मेरे को हीरोइन का नाम नहीं याद, पता नहीं मेरे को, वो अमिताभ बच्चन की थी, वो उन्हीं पे बनी थी वो। अच्छा वो जी 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 वही 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 खुदा गवाह। खुदा गवाह। ਤੇ ਉਹਦੇ ਵਿੱਚ ਵੀ ਉਹ ਤੇ ਉਹ ਮੈਂ ਵੇਖਿਆ ਵੀ ਐਸੀ ਮਰਦਾਂ ਦੀ ਗੇਮ ਆਉ, ਜੀ, ਜੀ। ਉਹਨਾਂ ਕੋ ਚਾਬੁਕ ਹੁੰਦੇ ਹੱਥਾਂ 'ਚ। चाबुक। ਮਹਾਰਾਜ ਹਜ਼ਾਰਾਂ ਘੋੜਾ ਇੱਕ ਭੇਡੂ ਜਿਹੜਾ ਚੱਕ ਕੇ ਇੱਕ ਮਿੱਥੇ ਹੋਏ ਨਿਸ਼ਾਨੇ ਤੇ ਪਹੁੰਚਣਾ, ਟਾਰਗੇਟ ਤੇ ਪਹੁੰਚਣਾ। ਜਿਹੜਾ ਭੇਡੂ ਚੱਕ ਲੈਂਦਾ, ਭੇਡੂ ਚੱਕ ਕੇ ਭੱਜਣਾ ਸੌਖਾ ਨਹੀਂ। ਪਹਿਲੀ ਗੱਲ ਤਾਂ ਹੱਥ ਨਹੀਂ ਆਉਂਦਾ, ਘੋੜੇ ਭਿੜ ਜਾਂਦੇ ਆ, ਘੋੜਿਆਂ ਦੇ ਚਾਬੁਕ, ਇੱਕ ਦੂਜੇ ਦੇ ਚਾਬੁਕ ਇੰਨਾ ਕੁੱਟਦੇ ਆ ਇੱਕ ਦੂਜੇ ਨੂੰ। ਤੇ ਉਹ ਕਬੀਲਿਆਂ ਦੇ ਹਿਸਾਬ ਨਾਲ ਘੋੜਸਵਾਰਾਂ ਦੀ ਵੰਡ ਹੁੰਦੀ ਹੈ। ਕੁਝ ਘੋੜਸਵਾਰ ਇਕੱਲੇ ਵੀ ਹੁੰਦੇ ਆ, ਇੰਡੀਵਿਜੂਅਲ ਵੀ ਹੁੰਦੇ ਆ, जी जी। ਕੁਝ ਇੱਕ ਦੂਜੇ ਦੀ ਮਦਦ ਕਰਦੇ ਆ ਵੀ ਇੱਕ ਨੇ ਚੱਕ ਲਿਆ ਉਹਦੀ ਮਦਦ ਕਰੀਏ। ਪਰ ਮੈਂ ਤੁਹਾਨੂੰ ਦੱਸਾਂ ਵੀ ਉਹ ਇੱਕ ਉਹਨੂੰ ਖੇਡ ਵੀ ਕਹਿ ਸਕਦੇ ਤੇ ਜੰਗ ਵੀ ਕਹਿ ਸਕਦੇ वो यानी इन लोगों के जो गेम्स है ना, वो भी यानी बड़े, जिसे कहना चाहिए कि शुजाअत से, बहादुरी से भरे हुए। ਜਿਤਨਾ ਆਪਣੇ ਅਨੰਦਪੁਰ ਸਾਹਿਬ ਨੇਜਾਬਾਜੀ ਹੁੰਦੀ ਆ ਤੇ ਉੱਥੇ ਰੱਬ ਹੀ ਹਾਜ਼ਰ ਹੁੰਦਾ, ਸੰਗਤ ਦੇ ਵਿੱਚ ਦੀ ਘੋੜੇ ਭੱਜਦੇ ਆ, ਹੱਥਾਂ 'ਚ ਨੇਜੇ ਆ, ਸ੍ਰੀ ਸਾਹਿਬਾਂ ਕਿੱਲੇ ਚੱਕੀ ਦੇ ਆ। अच्छा, घोड़े की एक शान और है जंग के दौरान कि जहाँ पे इसको मालूम होता है कि मेरी जान पूरी तरह ख़तरे में है, मुझे नहीं बचना है, मुझे अपने सवार को इसके अंदर लेकर जाना है। ये एक ऐसी रब की मखलूक है कि शेर जैसे जानवर भी बिल्ली की तरह भाग जाएंगे उस मैदान से जहाँ ये जंग का सीन होता है। और ये जो है दुश्मन की फ़ौज के अंदर और उनके बेखौफ होकर अपने सवार को लेकर दौड़ता है। आशीष पौड़ ਹੁੰਦਾ ਹਿਣਕਦਾ। तो ये जो एक ऐसी शुजाअत रब ने इसके अंदर रखी है और ऐसी बहादुरी और ताकत कि जिसका बयान हम अल्फाजों में नहीं कर सकते। हम घोड़े को, इतिहास जो है सारा घोड़े के इर्द गिर्द घूम रहा है। हाँ, उसकी काठी के ऊपर से निकलता है, जी जी बेशक। चाहे किसी भी कौम का इतिहास है, घोड़ा साथी है। पर घोड़े को तकरीबन कौमों ने नज़रअंदाज किया। सिर्फ एक इस्लाम की उम्मत है, गुरु गोविंद सिंह का खालसा है जो आज भी दरपेश इसके साथ चल रहा है, छोड़ा नहीं है। और हम तो ये बताते हैं आपको कि जब हम घोड़े पे चढ़ते हैं, हम साहिब श्री गुरु गोविंद सिंह सच्चे पातशाह को याद करते हैं कि उन्होंने हमको घोड़े पे बिठाया है, बाबा फतेह सिंह ने घोड़े पे बिठाया है, और घोड़े के चरणों को स्पर्श करते हैं और अपने सिर पे हाथ लगाते हैं, उसको नमस्कार करते हैं, क्योंकि गुरु साहब ने भी घोड़े को नमस्कार की। मैं आपको एक वाकया बताता हूँ गुरु साहिब श्री गुरु हरगोबिंद साहिब का, 6वें गुरु हुए जो, एक सेला कोड़ा हुआ है
اس کا نام سیلا تھا. جب وہ گھوڑا جنگ سے لوٹا اور گھوڑے کو بہت گولیاں لگی ہوئی ہیں, تیر لگے ہوئے ہیں, نیزے لگے ہوئے ہیں. جب آپ انند پور صاحب کو جاؤ تو راستے میں اس گھوڑے کا ستھان آتا ہے جہاں پہ گھوڑے کو گرو صاحب نے بڑی بخشش کی. جب وہ گھوڑا بالکل بے جان ہو گیا, خون نکل گیا, اور گرو صاحب اوپر سوار ہیں, اور گرو صاحب نے کہا جان بھائی, گھوڑے کو بولے اب چلنا نہیں ہے. گھوڑے نے آگے جواب دیا نہیں, اب آگے نہیں جایا جائے گا. گھوڑے نے وہاں پہ اپنے پران تیاگے. گرو صاحب نے گھوڑے کا سر اپنی گود میں لیا اور بہت اس گھوڑے کو بخششیں دی کہ یہاں پہ تیرا ستھان بنے گا, لوگ آئیں گے, نمسکار کریں گے اور لوگوں کی مرادیں پوری ہوں گی. 1.25 من سکہ گھوڑے کے اندر سے نکلا. گھوڑے کا سنسکار ہوا. اگر چاہو تو میرے پاس فوٹو بھی ہے, میں دکھاتا ہوں, میں ایسی چیزیں رکھتا ہوں. گھوڑے خود گرو صاحب نے گھوڑے کا سنسکار کیا, اشنان کرایا اور اس کو ودا کیا. وہی یعنی تدفین جسے کہتے ہیں, دفن نہیں دفن نہیں جی, سنسکار کیا. اچھا. ہاں یہ رہی جی اس کی فوٹو. کیمرے میں بات کیمرہ بھی لے آؤ جی. یہ دیکھو جی گرو صاحب نمسکار کر رہے ہیں, اور یہ جو ہرے کپڑوں میں کھڑے ہیں یہ کوئی اسلامک شخصیت ہے. جی جی, ان کا لباس بتا. آپ کا لباس ہے نا. یہ پیچھے سینا کھڑی ہے, اور یہ بابا بدھی چند جی کھڑے ہیں, اور یہ بابا بڈھا صاحب کھڑے ہیں. اور ہو سکتا ہے یہ سائیں میاں میر ہو. اور یہ گھوڑے کا انگیٹھا ہے جی. یہ گھوڑے کو جب سنسکار کیا 1.25 من سکہ خان صاحب اس کے اندر سے نکلا. بابا جی میں ایک چیز چاہنا جی. دونوں سوچ تو بڑے ਉੱਚ ਕੋਟੀ ਦੇ ਹੋ. ਵਾਹਿਗੁਰੂ. ਠੀਕ ਹੈ ਜੀ, ਤੁਸੀਂ ਸਿੱਖ ਧਰਮ ਤੋਂ, ਮੁਸਲਿਮ ਧਰਮ ਤੋਂ, ਦੋਨਾਂ ਦਾ ਮੰਨਣਾ ਵੀ ਧਰਮਾਂ ਤੋਂ ਉੱਪਰ ਆ ਆਪਾਂ, ਹਨਾ, ਪਰ ਆਪਣੇ ਧਰਮ ਦੀ ਆਨ ਸ਼ਾਨ ਲਈ ਤੁਸੀਂ ਹਮੇਸ਼ਾ ਤਿਆਰ ਰਹਿੰਦੇ ਜੀ. ਮੈਂ ਚਾਹੁੰਦਾ ਤੁਸੀਂ ਇੱਕ ਦੂਜੇ ਦੇ ਧਰਮ ਬਾਰੇ ਕੁਝ ਵਿਚਾਰ ਪੇਸ਼ ਕਰੋ. ਸਾਰਾ ਵਿਚਾਰ ਹੀ ਹੋ ਯਾਰ ਅਜੇ ਤੱਕ. ਖਾਨ ਸਾਹਿਬ ਤੁਸੀਂ ਸ਼ੁਰੂ ਕਰੋ ਇੱਕ ਵਾਰ. یعنی کیا سننا چاہتے ہیں آپ دھرم کے بارے میں؟ ਸਿੱਖ ਧਰਮ کے ਬਾਰੇ ਜਾਂ ਇਸ ਬਾਣੀ کے ਬਾਰੇ. اصل میں ਉਹਨਾਂ ਨੇ ਕਿੰਨੀ ਤਾਰੀਫ ਕੀਤੀ ਜੀ ਬਾਣੇ ਨੂੰ ਲੈ ਕੇ, ਸ਼ਸਤਰ ਨੂੰ ਲੈ ਕੇ, ਘੋੜੇ ਨੂੰ ਲੈ ਕੇ. ਮੈਨੂੰ ਮੇਰਾ ਵੀ ਇੱਕ ਲਫ਼ਜ਼ ਜਿਹੜਾ ਉਹਨਾਂ ਨੇ ਗੁਰੂ ਸਾਹਿਬ ਦੀ ਸ਼ਾਨ 'ਚ, ਸ਼ਸਤਰਾਂ ਦੀ ਸ਼ਾਨ 'ਚ, ਘੋੜਿਆਂ ਦੀ ਸ਼ਾਨ 'ਚ, ਬਾਣੇ ਦੇ ਸ਼ਾਨ 'ਚ انہوں نے بڑے سونے لفظ. صاحب پہلے تو ہم یہ بتائیں کہ سب سے پہلے رب نے انسان پیدا کیا, تو پھر انسان سے اس کے مذہب کا تعارف ہوتا ہے. تعارف یعنی انٹروڈکشن. تو ہم اس رب, اس پرماتما کی بات کرتے ہیں جس نے انسان کو پیدا کیا, اور انسان کو انسان یوں کہا کہ اس کے اندر 2 چیزیں رکھی, اور وہ تھا علم اور عقل. اور اس کو کہا کہ لقد خلقنا الانسان فی احسن تقویم, کہ انسان جو ہے وہ مائی بیسٹ کریشن, میری سب سے بہترین تخلیق ہے, مخلوق ہے, کہ میں نے اس کو علم اور عقل دی. تو علم جو ہے وہ پرماتما کی, رب کی, بھگوان کی, اللہ کی بہت بڑی نعمت ہے. اور ہولی قرآن کا پہلا ورڈ اور پہلا لفظ اور پہلا حرف جو ہے وہ ہے اقرا. اقرا مینس پڑھو. اقرا بسم ربک الذی خلق, پڑھو اپنے رب کے نام سے جس نے تمہیں پیدا کیا. خلق الانسان من علق, اور پیدا کیا تمہیں ایک قطرے سے. اب آپ یہ دیکھیں کہ پوری جو انسانیت ہے وہ ایک قطرے سے پیدا ہوتی ہے. یعنی یہ چیز, یہ لفظ اور یہ شلوک ہولی قرآن کا یہ ثابت کر رہا ہے کہ پیدا کرنے والی ذات صرف ایک ہے. اگر کوئی یہ کہتا ہے کہ میں قطرے سے پیدا نہیں ہوا, تب تو یہ کہا جا سکتا ہے کہ ہاں بھائی تمہارا کوئی اور رب اور خدا اور پرماتما ہو سکتا ہے. لیکن کیا ایسا ممکن ہے
کیا عقل اس بات کو مانے گی کہ کوئی ایسا ہے کہ جو بغیر قطرے کے پیدا ہو؟ اور پھر وہ کہتا ہے کہ میں نے اس قطرے کو تمہاری ماں کے رحم میں یعنی وومب میں 9 مہینے رکھا، اور تمہاری ماں نے تمہیں درد کے ساتھ پیدا کیا۔ اسی لیے ماں باپ کا جو مقام ہے وہ بہت زیادہ ہے ہر دھرم میں۔ اسی لیے رسول اللہ صلی اللہ علیہ وسلم نے، پروفٹ محمد رسول اللہ نے فرمایا کہ تمہاری ماں کے قدموں کے نیچے تمہاری جنت ہے، واحگرو، اور تمہارا باپ اس جنت کا دروازہ ہے۔ تو یہ اسلامک پریچنگ ہے، اور یہ وہ پریچنگ ہے جو انسانیت سے جو ہے پرماتما انٹروڈیوس کرا رہا ہے اپنے آپ کو۔ تو ہمارا سب کا پیدا کرنے والا ایک ہے، اور ہمیں کل نفس ذائقۃ الموت، اور جو پیدا کیا گیا ہے اس کو موت آئے گی، اور ہم سب کا مارنے والا ایک، اور ہمیں سب کو اس کی طرف واپس جانا ہے۔ تو یہ جو بھی وقت ہے اسلام میں، ایک آپ کو بڑی میں اچھی ایک بات بتاؤں، اور اس بات کے ساتھ میں اپنی بات کو ختم کر دوں گا، کہ جب بچہ پیدا ہوتا ہے اس کے کان میں اذان دی جاتی ہے، واحگرو جی، اور جب وہ مر جاتا ہے تو پھر اذان نہیں دی جاتی، پھر نماز ہو جاتی ہے۔ ایسی ہر مسجد میں آپ دیکھیں گے کہ اللہ اکبر کی صدا آتی ہے، اور 15 منٹ کے بعد نماز کھڑی ہو جاتی ہے۔ تو ان اذان اور نماز کے بیچ کا جو وقت ہے وہ انسان کی زندگی ہے، یعنی ہم بڑی مختصر سی زندگی اس زمین پر گزارنے آئے ہیں۔ تو جو بھی زندگی ہے وہ رب کے مطابق گزر جائے، اور رب کا مقصد ہے محبت، اخلاق، ایک دوسرے سے مل کر انسانیت کا سبق دیتے رہنا، ملتے رہنا، اور ظالم اور ظلم کو کبھی نہ بخشنا، کیونکہ انسانیت جبھی تک زندہ رہتی ہے جب تک ظالم اس انسانیت کے اوپر قابض نہ ہو جائے، یعنی قبضہ نہ کر لے۔ چونکار ازا ہم ہیلتے در گجست حلال است بردن با شمشیر دست۔ ان کی بات کو میں بڑھاتا ہوں، اس نے کہا کہ ظالم اور ظلم جب بھی بڑھے، وہ سورما کوئی بھی ہو، اس کے ہاتھ تلواروں کے دستوں پہ چلے جانے چاہیے، اور ظلم کا ناس ہونا چاہیے۔ یہ حکم ہولی قرآن اور ہولی حدیث خدا کا حکم ہے، اللہ کا حکم ہے۔ اللہ، کیونکہ ظلم جو ہے، فتنہ جو ہے، وہ اگر پھیل گیا تو انسانیت کو ختم کر دے گا، اور ظلم کو سورما، غازی، وہی ختم کرتے ہیں بس۔ اس کے بغیر ظلم نہیں ختم ہوگا۔ بابا بندہ سنگھ بہادر، کتنے بڑے بڑے جرنیل ہوئے جنہوں نے اس کی رضا میں خود کو قربان کیا اور ظلم کو مٹایا۔ کیوں خان صاحب؟ بے شک، اصل میں انسانی دجالی اور ابلیسی جو سسٹم ہے، اور اسپیشلی اس وقت کیونکہ ہم جو ہے وہ آخری زمانے کی طرف جا رہے ہیں، تو اس میں یہی ہوگا کہ جو شیطانی سسٹم ہے وہ انسان کو بزدل کر دے گا۔ جی 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 جی، کیا بات ہے۔ جیسی زمین پر بزدلی پھیلے گی، پروفٹ محمد صاحب نے فرمایا تھا کہ آخری زمانے میں جو شیطانی ابلیسی نظام ہے نا وہ غالب آ جائے گا۔ تو پوچھا کہ ایسا کیوں ہوگا؟ تو فرمایا کہ لوگ دنیا کو پسند کریں گے اور موت کو برا جانیں گے، اور وہ بزدل ہو جائیں گے، کیونکہ مال و دولت ان کے دلوں میں بیٹھ جائے گی، اس کی محبت۔ وہی ہو رہا ہے۔ تو یہ جو شخصیت اور یہ جو پرسنالٹیز ہیں، یہ ہمارے لیے بہت بڑا نمونہ ہیں، اور جب تک ایسے شورویر اور ایسے بہادر اس زمین پر ہیں، ہمیشہ عدل انصاف قائم رہے گا، اور ظلم کبھی نہ پنپ پائے گا۔ کرم واحگرو واحگرو مہاراج۔ بچے دے جنم بارے گل کیتی۔ دنیا دے اتے انسان پیدا ہوندا ماں باپ دے بھاگاں دے نال۔ 6 مہینے تک ماتا دے گربھ دے وچ او بھرون ہوندا۔ 6 مہینے دا بچہ نہیں بچدا کدی بھی، 7واں بچہ بچ جاندا جے پیدا ہو جائے۔ 6ویں مہینے تو بعد پرمیشور اپنی جوت دیندا اونوں ماتا دے گربھ چ۔ ادوں بعد ہی ماتا دے گربھ چ دی موومنٹ ہوندی ہے، سارا کچھ۔ بھی جڑا پرمیشور اپنے آپ میں جوت
ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨ ਗੁਰਸਾਖੀ ਜੋਤ ਪ੍ਰਗਟ ਹੋਏ। ਜਿਹੜੀ ਜੋਤ ਆ ਪਰਮੇਸ਼ਰ ਦੀ ਜੋਤ ਆ ਜਿਹੜੀ ਜਿਹਨੂੰ ਲੈ ਕੇ ਉਹਨੇ ਇਸ ਦੁਨੀਆ ਦੇ ਵਿੱਚ ਆਣ ਕੇ 84 ਲੱਖ ਜੂਨ ਦਾ ਸਰਮੌਰ बनना। खान साहब आपको तो पता होगा जी। अकेले 84 लाख जून में इंसान की आंख ही है जो सब रंगीनियां देखती है, जी। बाकी जितने भी है गाय भैंस कोई भी है उनको ब्लैक एंड व्हाइट दिखता है। जो 7 रंग है ना दुनिया के, रंगली दुनिया है जो, जी, जी। वो इंसान को ही नसीब है। यानी जो सेंसेस है ना, जिसे हवा से खमसा कहते हैं, 5 सेंसेस, तो ये जो है इंसान को अल्लाह ने ये शऊर दिया है, सूंघने का और जी। देखने का और सुनने का और बोलने का, ये सारियां वडियाइयां और ਜਿਹੜੀਆਂ ਉਹਦੀਆਂ महसूस करना। यानी जिसकी आंखें नहीं हैं वो महसूस कर लेता है, उनका सेंस। यानी जो बहुत से ब्लाइंड लोग होते हैं ना, वो चापोस दूर से, वो आप अगर उनको पैसे पकड़वाएंगे वो उसको सूंघ के और ऐसे हाथ से बता देंगे, बड़े टटोल बड़े के। सही 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 सही। और आज भी आप देखेंगे कितने ब्लाइंड से जो बहुत से स्कूल ऐसी डिसेबल लोगों के, तो वो वहाँ पे ये सारी चीज़ें जो है उनको सिखाई जाती हैं, वो दरअसल उनका सेंस है। इनसे मिलके आपको कैसा महसूस हुआ? अरे भाई ये तो आप नगीने ढूंढ के लाएं भाई मुझ फकीर के लिए। ਤੁਹਾਡੇ ਦਰਸ਼ਨ ਹੋਏ ਜੀ, बहुत ये खुशी तो है, बहुत खुशी है। मैंने तो पहले ही कहा था कि इसका रिवॉर्ड जो है वो आपको रब दे सकता है कि आपने एक अजीम शख्सियत से, एक बड़ी ग्रेट पर्सनैलिटी से मिलवा दिया। और मेरी अभी तो इनको घोड़े में बिठाना है, मेरी खुशनसीबी है। अभी इनको पगड़ी पहना के ना घोड़े पे बिठाना है इनको, हाँ, पगड़ी पहनने का मुझे बहुत और अच्छा लगता है। इनको वो सारे शस्त्र भी देंगे। और आपको बताता हूँ बड़ी बात, जी। अली नहीं आया, ਲਵਾਇਆ ਮੈਸੇਜ ਇਹ ਵੀ ਕਹਿੰਦਾ ਮੈਨੂੰ ਵੀ ਬਾਅਦ ਚ ਹੀ ਪਤਾ ਲੱਗਿਆ ਉਹ ਮੁੰਡਾ ਗਿਆ ਹੈ। हाँ जी हाँ जी, मिलते गिलते आप चढ़ती कला भाई, तुम सुनाओ। ਇਹ ਖਲੀਫਾ ਜੀ ਤੋਂ ਛੋਟੇ ਹੈ ਜੀ। अच्छा जी, तो फतेहगढ़ साहब मैनेजमेंट में मेरी ड्यूटी फतेहगढ़ साहब होंगी ना। हाँ जी, ਉਹ ਦੱਸ ਰਹੇ ਸੀ ਘੋੜਿਆਂ ਤੇ ਜ਼ਿਆਦਾ ਵੇਖਿਆ ਹੋਊ, ਘੋੜਿਆਂ ਤੇ ਇੱਥੇ ਵੀ ਆਉਂਦੇ ਜਾਂਦੇ, ਦਰਗਾਹ ਤੇ ਵੀ ਆਉਂਦੇ ਜਾਂਦੇ ਰਹੀ ਵੀ। ਇੱਕ ਨਾ ਸ਼ਸਤਰ ਪਿਆ ਹੋਇਆ ਅਨੰਦਪੁਰ ਸਾਹਿਬ, ਅੱਛਾ ਜੀ। ਉਹ ਸ਼ਸਤਰ ਕਰਬਲਾ ਦੇ ਮੈਦਾਨ 'ਚ ਵੀ ਚੱਲਿਆ, ਅੱਛਾ ਜੀ। ਸੈਫ ਨਾਮ, ਕੀ ਬਾਤ ਹੈ। ਉਹਦੇ ਉੱਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ। ਅੱਛਾ ਜਦੋਂ ਕਿਤੇ ਔਰੰਗਜ਼ੇਬ ਮੱਕਾ ਮਦੀਨਾ ਹਜ ਕਰਨ ਗਿਆ ਵਾ, ਅੱਛਾ ਜੀ। ਉੱਥੋਂ ਦੇ ਜਿਹੜੇ ਧਰਮ ਨੂੰ ਮੰਨਣ ਵਾਲੇ ਸੀਗੇ ਕਾਜ਼ੀ, ਉਹਨਾਂ ਨੇ ਇਹਨੂੰ ਦਿੱਤਾ। ਉਸ ਵੇਲੇ ਦਾ ਇਹ ਏਸ਼ੀਆ ਦਾ ਸਭ ਤੋਂ ਵੱਡਾ ਬਾਦਸ਼ਾਹ ਸੀ। ਤੇ ਉਹ ਸ਼ਸਤਰ ਔਰੰਗਜ਼ੇਬ ਦੇ ਤੋਸ਼ਖਾਨੇ 'ਚ ਸੀਗਾ। ਜਦੋਂ ਬਹਾਦਰ ਸ਼ਾਹ ਦਿੱਲੀ ਦੇ ਤਖਤ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੀ ਤਾਜਪੋਸ਼ੀ ਕੀਤੀ, ਉਹਨੇ, ਕਿਉਂਕਿ ਉਹ ਭਾਈ ਨੰਦ ਲਾਲ ਦੇ ਜ਼ਰੀਏ ਅਨੰਦਪੁਰ ਸਾਹਿਬ ਆ ਗਿਆ ਸੀ ਨਾ, ਜਦੋਂ ਔਰੰਗਜ਼ੇਬ ਤੋਂ ਬਾਗੀ ਹੋ ਗਿਆ ਸੀਗਾ ਉਹ, ਤੇ ਗੁਰੂ ਸਾਹਿਬ ਨੇ ਉਹਦੀ ਮਦਦ ਕੀਤੀ ਜਦੋਂ ਇਹਨਾਂ ਭਰਾਵਾਂ ਦੀ ਜੰਗ ਹੋਈ ਆ। ਤੇ ਜਿਹੜਾ ਤੀਰ ਵੱਜਦਾ ਵਾ ਇਹਦੇ ਭਰਾ ਦੇ, ਜਿੱਤੋਂ ਇਹਦਾ ਫੈਸਲਾ ਹੁੰਦਾ ਵੀ ਹੁਣ ਬਹਾਦਰ ਸ਼ਾਹ ਹੀ ਜਿਹੜਾ ਵਾ ਤਖਤ ਤੇ ਬੈਠੂਗਾ, ਉਹ ਤੀਰ ਵੀ ਬਾਬਾ ਲੱਖਾ ਜੀ ਮਾਰਦੇ ਆ ਤੇ ਜਿੱਤੋਂ ਯੁੱਧ ਦਾ ਫੈਸਲਾ ਹੋ ਜਾਂਦਾ। ਫਿਰ ਜਦੋਂ ਇਹ ਤਖਤ ਤੇ ਬਹਿੰਦਾ ਤੇ ਇਹ ਇੱਛਾ ਜ਼ਾਹਰ ਕਰਦਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਆਓ, ਬਹੁਤ ਵੱਡਾ ਕਰਮ ਹੋਊਗਾ ਜੇ ਤੁਸੀਂ ਦਰਸ਼ਨ ਦਿਓਗੇ। ਗੁਰੂ ਸਾਹਿਬ ਗਏ, ਇਹ ਆਪ ਉੱਠ ਕੇ ਆਇਆ। ਇਹਨੇ ਬਹੁਤ ਸੋਹਣੀ ਇੱਕ ਉਹਨਾਂ ਦੀ ਆਮਦ ਦੇ ਵਿੱਚ ਇੱਕ ਜਗ੍ਹਾ ਤਿਆਰ ਕੀਤੀ, ਜਿੱਥੇ ਗੁਰੂ ਸਾਹਿਬ ਨੇ ਜਾ ਕੇ ਚੌਂਕੜਾ ਲਾ ਕੇ ਬਿਰਾਜਮਾਨ ਹੋਏ। ਮਹਾਰਾਜ ਸੱਚੇ ਪਾਤਸ਼ਾਹ ਪੀਰਾਨ ਪੀਰ ਕਹਿ ਕੇ ਨਿਵਾਜ਼ਿਆ ਇਹਨੇ। ਤੇ ਉਹ ਸ਼ਸਤਰ ਸੀਗਾ ਜਿਹੜਾ ਮੱਕਾ ਮਦੀਨੇ ਤੋਂ ਆਇਆ, ਧਾਰਮਿਕ ਸ਼ਸਤਰ, ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਇਹਨੇ ਮੱਥਾ ਟੇਕਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਇੰਨੀ ਜੋਗੇ ਨਹੀਂ, ਇਹ ਬਹੁਤ ਵੱਡੀ ਜਗ੍ਹਾ ਤੋਂ ਆਇਆ, ਅਸੀਂ ਨਹੀਂ ਰੱਖ ਸਕਦੇ। ਉਹ ਸ਼ਸਤਰ ਅੱਜ ਵੀ ਤੁਸੀਂ ਤਖਤ ਸਾਹਿਬ ਤੇ ਜਾਓ ਅਨੰਦਪੁਰ ਸਾਹਿਬ, ਜਦੋਂ ਸ਼ਸਤਰ ਦਿਖਾਏ ਜਾਂਦੇ ਆ, ਉਹਦੀ ਬੰਤਰ, ਉਹਨੂੰ ਸੈਫ ਕਿਹਾ ਜਾਂਦਾ, ਉਹਨੂੰ ਦੋਹਰਾ ਬੰਦਾ,
ਉਹਦੇ ਦਰਸ਼ਨ ਕਰਕੇ ਆਇਓ। अच्छा सैफ वैसे तलवार को जिसके कहते बारे में तलवार ही होती है जी। जी जी बाबा जी बता रहे हैं, ये हजरत खालिद बिन वलीद अच्छा। रज़ियल्लाहु अन्हु की वो तलवार जिसे सैफुल्लाह या वो उससे सैफुल्लाह। related तो नहीं वो बात आती। अच्छा वो मैंने हजरत करबला के मैदान में वो चला है। अच्छा मैंने हज़रत खालिद बिन वलीद रज़ी अल्लाह अन्हु की तलवार जो है टर्की इस्तांबुल में ना जो टॉप कपी में जहाँ तमाम तबर्रुकात रखे हैं खिलाफत उस्मानिया के दौर के, जो वहाँ से लाए तो उसमें भी देखिए क्योंकि बहुत हज़रत बड़े जर्नैल हुए हैं इस्लाम में, जी कोई 1 2 3 शस्त्र तो होंगे नहीं, हज़रत खालिद बिन है ना जी। वलीद अब जैसे सिख राज गया, पता नहीं कितने शस्त्र वो अंग्रेज इंग्लैंड ले गए, जिसमें वो इस्लाम के शस्त्र भी बहुत ले गए। सुने बहादुर शाह सफर बारे बाबा जी जिक्र करिया तो मैं भी पीछे को सुनिया कि बहादुर शाह जी, हाँ जी हाँ जी, बहादुर शाह जफर ਦੀ ਕੈਫੀਅਤ ਜਿਹੜੀ ਥੀ ਉਹ ਪਹਿਲਾਂ ਹੋਰ ਹੁੰਦੀ ਸੀ, ਜਦ ਗੁਰੂ ਸਾਹਿਬ ਦੇ ਤਾਲੁਕ ਚ ਆ ਗਿਆ ਜੀ ਫਿਰ ਉਹ ਬਦਲਦਾ ਚਲਿਆ ਗਿਆ जी जी जी। ਫਿਰ ਉਹਦੀ ਜ਼ਿੰਦਗੀ ਦਾ ਰੁਖ ਹੀ ਬਦਲ ਗਿਆ। ਇਹਦਾ ਨਾਂ ਹੀ ਸ਼ਹਿਜ਼ਾਦਾ ਮੁਅੱਜ਼ਮ ਸੀ। ਬੜੇ ਚਾਨਣ ਇਹ ਪਾ ਸਕਣਗੇ ਮੇਰੀ आखिरी बादशाह गुजरे वो मुगलों के आखिरी चराग। ना जी ना, उसके बाद वो हुमायूं आया है। नहीं 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 हुमायूं बहादुर शाह के बाद ही हुमायूं आया है। नहीं नहीं बहादुर शाह जफर जो है वो नहीं, तो जफर मैं इसीलिए बोल रहा हूँ, जफर कोई और है जी। बहादुर शाह जफर जो हैं ये आखिरी हैं औरंगजेब के हाँ, बाद। क्योंकि उसको हम हुमायूं बहादुर तो- शाह दूजा कह देते हैं, अच्छा ये हुमायूं के बाद आए हैं जी। ना 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 हाँ। हुमायूं तो अकबर ओ सॉरी सॉरी, अकबर का एक मिनट जी, एक मिनट। बाबर जी, जी, पहला जी, मैं एक मिनट। दूसरा बहादुर शाह, हुमायूं, बहादुर शाह के बाद आया था फिर ये मोहम्मद शाह रंगीला और ये इस जी जी और जी भी जी, जी, और भी कई बादशाह है जिसने बाबा बंदा सिंह बहादुर के जमाने में जो हुआ है, मेरे को नाम विसर गया उसका। पहला था बाबर, फिर हुमायूं, हुमायूं, फिर अकबर, जहांगीर, शाहजहां, औरंगजेब, बहादुर शाह जफर। ये तो पूरी इस तरह उसके से बाद भी 2 हुए हैं जी। जी लेकिन उसके बाद जो है बहादुर शाह के बाद ना बहादुर शाह को ही बल्कि अंग्रेज आ गए थे, आम ही ना याद ने अंग्रेज आ गए थे हाँ। और बहादुर शाह के अभी बेटे को याद आ कत्ल जाएगा। कर दिया था जी। अंग्रेज आ गए थे उस वक्त। आखिरी मुगलों के जो वारिस से बहादुर शाह के पोतरे, उनको कुतुब मीनार के नीचे गोलियां मारी थी अंग्रेजों ने। हाँ अंग्रेज आ गए थे अंग्रेज आ गए थे बहादुर शाह के बेटों को भी कत्ल किया था अंग्रेजों ने और उनको भेजा था जी। सजा के उनका सर। फर्रुखशियर जो बहादुर शाह के बाद आया है, जी फर्रुखशियर। अच्छा हाँ फर्रुखशियर के ये बाद आया बहादुर शाह दूजा, जिसको बहादुर शाह 2 कहते हैं। और उसके बाद भी क्योंकि मुगलों के जी, वंशज जी, बहुत हाँ। थे, एक और बंदे की ताजपोशी की है जब अहमद शाह अब्दाली और ये मराठों का चला है काम, है ना, शाहजहां 3 की भी ताजपोशी हुई है जी। हाँ लेकिन ये जो है और वो काम डगमगा गया। अंग्रेज जो है वो बहादुर शाह के दौर में आ चुके थे जी 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 जी। और शहनशाहियत खत्म हो गई थी। अंग्रेज तो इतने दिमागी थे, अकबर को जो पहले तोपें बेची है ना, वो ईस्ट इंडिया कंपनी ने बेची हैं। ये पहले खरीदो फरोख्ती करते थे, धीरे 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 कारोबार ਦੇ ਜ਼ਰੀਏ ਇੱਧਰ बढ़ गए। कारोबार तो बादशाह बने दुनिया के। ਤੁਹਾਡੀ ਬਾਬਾ ਜੀ ਇਹਨਾਂ ਨਾਲ ਡਾਕਟਰ ਸਾਹਿਬ ਨਾਲ ਕਦੀ ਮੁਲਾਕਾਤ ਹੋਈ? ਡਾਕਟਰ ਨਸੀਰ ਅਖਤਰ ਨਾਲ ਕਦੀ ਮੁਲਾਕਾਤ ਹੋਈ ਹੈ ਤੁਹਾਡੀ? नहीं जी, एक मुलाकात कराई है। ਮੈਂ ਦੱਸਿਆ ਵੀ ਥਾ ਇੱਧਰ ਡਾਇਰੈਕਟਰ ਸਾਹਿਬ ਨੂੰ ਵੀ ਤੁਸੀਂ ਉਹਨਾਂ ਨੂੰ ਕਦੀ ਇੰਟਰਵਿਊ ਕਰਿਓ ਤੁਸੀਂ। नाले माड़ा जा ਅਸੀਂ ਸਾਰੇ ਹੀ ਉਹਨਾਂ ਦੇ ਫੈਨ ਹੈ ਜੀ। बहुत जबरदस्त साहब। डॉक्टर की ना दस्या नसीर अख्तर। एक तो ਜਿਹੜੇ ਪਤਲੇ ਜੇ ਆ, ਥੋੜਾ ਜਿਹਾ ਕਾਲਾ ਜਿਹਾ ਰੰਗ, ਨਾ 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 ਨਾਸਿਰ। बहुत बहुत ਉਹਦਾ ਮਲੇਰਕੋਟਲੇ ਦੇ ਹੈ ਜੀ। ਅੱਛਾ ਫਿਰ ਓਕੇ ਥੋੜਾ ਓਕੇ, ਜਿਹਾ ਰੰਗ ਹੈ ਜਿਸ ਤਰ੍ਹਾਂ ਮਾੜੀ ਜੀ ਫੋਟੋ ਹੈਗੀ ਕੋਈ, ਮੈਂ ਮਿਲਿਆ ਜ਼ਰੂਰ ਹੂੰ। डॉक्टर नसीर अख्तर। ਬੁੱਕਸ ਲਿਖੀਆਂ ਨੇ ਉਹਨਾਂ ਨੇ, ਸੰਗਤਾਂ ਬੜਾ ਇੰਗਲੈਂਡ ਤੋਂ ਕੈਨੇਡਾ ਤੋਂ ਸਾਰੀਆਂ ਸੰਗਤਾਂ ਸਿੱਖ ਭਾਈਚਾਰਾ ਉਹਨਾਂ ਨੂੰ ਬੜਾ ਲਾਈਕ ਕਰਦਾ ਹੈ। ਜੋੜਦੇ ਜੀ ਆਪਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨ ਵਾਲਾ ਬੰਦਾ ਹੈ। ਇਲਮ ਦਾ ਸਮੁੰਦਰ ਹੈ ਜੀ ਉਹ। ਹੈਗੀ ਘੋੜੀ ਅਲੀ ਵਾਲੀ ਇੱਥੇ ਕਿ ਦੇਤੀ ਉਹਨੇ? ਅਲੀ ਦੀ ਘੋੜੀ ਉੱਥੇ ਬਹਾਦਰ ਕੋ ਬਈ ਭੱਜੀ ਹੁੰਦੀ ਬਹਾਦਰ।
ਨਹੀਂ ਹੋ ਸਕਦਾ ਮੈਂ ਹੀ ਨਾ ਉਹਦਾ ਅਲੀ ਲਈ ਜਾਂਦਾ ਫਿਰ ਹਾਂ। ਮੈਂ ਉਹੀ ਸੋਚੀ ਜਾਂਦਾ, ਮੈਂ ਵੀ ਕੰਫਿਊਜ਼ ਹੋਇਆ। ਫਾਈਕ ਕੋਲ ਹੈ ਜੀ ਘੋੜੀਆਂ ਉਹ ਜਿਹਨੇ 2 ਰੱਖੀਆਂ ਥੀਆਂ, ਉਹ ਸਾਡਾ ਦੋ ਰੱਖਿਆ ਇਹਦਾ ਭਾਂਜਾ, ਇੱਕ ਮੇਰੇ ਕੋਲ ਸੀ, ਜੀ ਇੱਕ ਇਹਨੂੰ ਲੈ ਕੇ ਇੱਕ ਦਿੱਤੀ। ਭਾਂਜੇ ਕੋਲ ਸੀ। ਫਾਰਮ ਬਣਾਇਆ ਸੀ, ਫਾਰਮ ਉਹ ਚੱਲਿਆ ਨਹੀਂ ਤੇ ਉਹ ਫਿਰ ਠੀਕ ਆ। ਫਿਰ ਫਾਈਕ ਹੈ, फाइव। मैं वो ताही वो भी कंफ्यूज होगा। मैं अरे फाइव मुझसे जिक्र भी कर रहा था फाइक है, आपका। फाइक है। फाइक वो भाई ने जब ना अली का कहा। ਮੈਂ ਫਿਰ ਉਹਨੂੰ ਅਲੀ ਕਹੀ ਜਾਣਾ हम्म। ਤੇ ਆਮ ਹੀ ਜਦੋਂ ਉਹਨੇ ਮੈਨੂੰ ਫੋਨ ਕਰਨਾ, ਬਾਬਾ ਜੀ ਇਹਨੂੰ ਲਗਾਮ ਦਿਓ, ਤੁਸੀਂ ਇੱਕ ਦੋ ਵਾਰੀ ਮੇਰੀ ਹਾਂ ਬਾਬਾ ਜੀ ਇਹਨੂੰ ਮਸਾਲਾ ਦਿਓ, ਤੇ ਮੈਂ ਉਹ ਬਹਾਦਰ ਹੁਣੀ ਜਿਹੜੇ ਤੁਹਾਡੇ ਇੱਥੇ ਅੰਦਰ ਰਹਿੰਦੇ ਆ ਮੁੰਡੇ ਹੈ ਨਾ, ਉਹ ਫਾਈਕ ਤਾਂ ਫਾਈਕ, ਉਹ ਵੀ ਭਾਂਜਾ ਨਾ ਇਹਨਾਂ ਦਾ। ਚੱਲ ਗਿਆ ਹੈ इनका भांजा खलीफा साहब। ਉਹ ਠੀਕ ਠੀਕ, ਇਹ ਤੇ ਬੜੀ ਬੜੀ ਤਗੜੀ ਚੀਜ਼ ਆ ਜੀ, ਬਹੁਤ। ਮੈਂ ਸਭ ਤੋਂ ਜ਼ਿਆਦਾ ਇਹੀ ਇਸ ਵੇਲੇ ਵਾਇਰਲ ਨੇ। ਇਹਨਾਂ ਨਾਲ ਤੁਹਾਨੂੰ ਉਹ ਕਰਦੇ ਆ ਜੀ, ਉਹਰੇ ਕਿਸੇ ਵੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। इसने बताया और यही बताया कि सबको एक मिलजुल कर आना चाहिए और पॉजिटिव वे में हमेशा सोचना चाहिए और करना ਠੀਕ ਹੈ ਨਾ। ਉਦੋਂ ਬੜੀ ਵਧੀਆ ਮੈਨੂੰ ਗੱਲ ਲੱਗੀ ਜੀ ਆਪ ਜੀ ਦੇ ਦੋਨਾਂ ਦੇ ਵਿਚਾਰ। ਮੈਂ ਇਹਨਾਂ ਨੂੰ ਇੱਕ ਸਵਾਲ ਕੀਤਾ ਸੀ, ਚਲੋ ਸੀਗੇ ਮੁਗਲਾਂ ਦੇ ਵਿੱਚੋਂ ਵਜ਼ੀਰ ਖਾਨ ਬਾਰੇ, ਇਹਨਾਂ ਨੇ ਡਟ ਕੇ ਕਿਹਾ ਵੀ ਉਹ ਬਹੁਤ ਜ਼ਾਲਿਮ ਸੀਗਾ। ਤੁਹਾਨੂੰ ਮੈਂ ਪੁੱਛਿਆ ਬਾਬਾ ਜੀ ਧਰਮ ਕਿਹੜਾ, ਇਹਨਾਂ ਨੇ ਕਿਹਾ ਇਸਲਾਮ ਸਭ ਤੋਂ ਪਹਿਲਾ ਧਰਮ, ਜੋ ਸਹੀ ਹੈ ਉਹ ਸਹੀ ਹੈ। ਮਤਲਬ ਦੋਨੇ ਜਣਿਆਂ ਦੇ ਵਿਚਾਰਾਂ ਦੇ ਵਿੱਚ ਕਿਤੇ ਵੀ ਕੱਟੜਵਾਦ ਤਾਂ ਨਹੀਂ ਹੈ। नहीं। ਵੇਖੋ ਜੀ, ਜਦੋਂ ਪੈਦੇ ਖਾਂ ਜਾ ਰਿਹਾ ਵਾ ਗੁਰੂ ਸਾਹਿਬ ਦੀ ਗੋਦੀ ਚ, ਗੁਰੂ ਸਾਹਿਬ ਨੇ ਆਖਿਆ ਕਲਮਾ ਪੜ, ਤੂੰ ਮੁਸਲਮਾਨ ਆ, ਉਹਨੂੰ ਦਫਨਾਇਆ ਆਪ। ਇੱਥੇ ਤੇ ਧਰਮ ਹੁਣ ਵੇਖੋ ਜੀ, ਅੰਗਰੇਜ਼ਾਂ ਨੇ ਕੀ ਕੀਤਾ ਜਦੋਂ ਦਲੀਪ ਸਿੰਘ ਬਿਲਕੁਲ ਉਹਨੂੰ ਪਤਾ ਲੱਗ ਗਿਆ ਮੈਂ ਸਿੱਖ ਹਾਂ, ਬਾਦਸ਼ਾਹ ਵਾਂ ਇੰਗਲੈਂਡ ਪੈਰਿਸ ਦੇ ਵਿੱਚ, ਉਹਨੂੰ ਜਦੋਂ ਪਤਾ ਲੱਗ ਗਿਆ ਵੀ ਇਹ ਬੰਦਾ ਬਗਾਵਤ ਕਰ ਸਕਦਾ, ਉਹਨੇ ਅੰਮ੍ਰਿਤ ਛਕਿਆ ਦਲੀਪ ਸਿੰਘ ਨੇ। ਇਸ ਚੀਜ਼ ਤੇ ਬਾਅਦ ਚ ਪੂਰਾ ਪ੍ਰੋਗਰਾਮ ਕਰਾਂਗੇ। ਤੇ ਜਦੋਂ ਮਰਨ ਲੱਗਾ ਉਹ ਕਹਿੰਦਾ ਮੈਨੂੰ ਤੁਸੀਂ ਮੇਰੇ ਬੰਦਿਆਂ ਦੇ ਹਵਾਲੇ ਨਹੀਂ ਕਰਨਾ, ਮੇਰੇ ਸਿਰ ਤੇ ਕੇਸ ਆ। ਦਲੀਪ ਸਿੰਘ ਨੂੰ ਤੁਸੀਂ ਜਾਣ ਬੁੱਝ ਕੇ ਈਸਾਈ ਬਣਾਇਆ, ਹੁਣ ਤੁਸੀਂ ਮੈਨੂੰ ਈਸਾਈ ਰਵਾਇਤਾਂ ਦੇ ਨਾਲ ਹੀ ਮੇਰਾ ਅੰਤ ਕਰੋਗੇ। ਪਰ ਮੇਰਾ ਜੀਂਦੇ ਜੀ ਜਿੰਨਾ ਚਿਰ ਮੈਂ ਜੀਵਤ ਹਾਂ, ਮੈਂ ਸਿੱਖ ਸੀ, ਸਿੱਖ ਹਾਂ ਤੇ ਸਿੱਖ ਹੀ ਮਰਨ ਲੱਗਾ। ਜਦੋਂ ਮੈਂ ਮਿੱਟੀ ਹੋ ਗਿਆ ਮੇਰਾ ਕੋਈ ਵਾਸਤਾ ਨਹੀਂ। ਪਰ ਮੇਰੇ ਜਿਹੜੇ ਕੇਸ਼ ਆ ਤੇ ਮੇਰਾ ਜਿਹੜਾ ਦਾੜਾ, ਇਹ ਰਾਣੀ ਵਿਕਟੋਰੀਆ ਨੂੰ ਘੱਲਿਓ ਵੀ ਦਲੀਪ ਸਿੰਘ ਈਸਾਈ ਨਹੀਂ ਮਰਿਆ। ਉਹਨਾਂ ਨੇ ਉਦੋਂ ਬਾਅਦ ਦਲੀਪ ਸਿੰਘ ਜੋ ਉਹਨਾਂ ਦੀਆਂ ਰਵਾਇਤਾਂ ਈਸਾਈਆਂ ਦੀਆਂ, ਉਹਨੂੰ ਪੂਰਾ ਸ਼ੇਪ ਕਰਕੇ, ਉਹਦੇ ਕੇਸ ਕਤਲ ਕਰਕੇ, ਕੋਟ ਪੈਂਟ ਪਾ ਕੇ ਉਹਨੂੰ ਦਫਨਾਇਆ। ਨਾ ਅੱਜ ਵੀ ਉਹਦੀ ਉਹ ਬਣਾਈ ਹੋਈ ਹੈ, ਕਬਰ ਬਣਾਈ ਹੋਈ ਹੈ। ਕਬਰ ਨਹੀਂ, ਉਹਨੂੰ ਕੀ ਕਹਿ ਦਿੰਦੇ ਆ ਯਾਰ, ਜੋ ਈਸਾਈਅਤ ਦੇ ਵਿੱਚ ਆ। ਤੇ ਇਸ ਕਰਕੇ ਹੁਣ ਵੇਖੋ ਗੁਰੂ ਸਾਹਿਬ ਆ, ਪੈਂਦੇ ਖਾਨੇ ਜੰਗ ਹੋਈ ਆ, ਪੈਂਦੇ ਖਾਨੇ ਅੰਤ ਤੇ ਆਖਿਆ ਵੀ ਮਹਾਰਾਜ ਗਲਤੀ ਮੇਰੀ, ਮੈਂ ਸਮਝ ਨਹੀਂ ਸਕਿਆ, ਮੈਨੂੰ ਪਾਲਿਆ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ ਪਾਲਿਆ, ਕਿਰਤ ਕਣਾ ਪੂਰਨ ਦੇ, ਤੂੰ ਫੇਰ ਮੈਨੂੰ ਗੋਦੀ 'ਚ ਲੈ ਕੇ ਬੈਠਾ, ਤੂੰ ਫੇਰ ਮੈਨੂੰ ਕਹਿ ਰਿਹਾ ਕਲਮਾ ਪੜ। ਇਸ ਕਰਕੇ ਧਰਮ ਕਦੀ ਨਹੀਂ ਬੁਰਾ ਹੁੰਦਾ, ਧਰਮ ਸਤਕਾਰ ਹੀ ਮੰਗਦਾ ਤੇ ਸਤਕਾਰ ਹੀ ਕਰਨਾ ਚਾਹੀਦਾ। ਲੋਕ ਨਾਸਤਕ ਪੈਦਾ ਹੋ ਗਏ ਆ। ਇੱਕ ਨਾ ਕੋਈ ਈਰਾਨ ਦਾ ਫਕੀਰ ਸੀਗਾ, ਈਰਾਨ 'ਚ ਬੜੇ ਫਕੀਰ ਹੋਏ ਨੇ। ਉਹਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਬੜੇ ਖੁਦਾ ਦੇ ਪਿਆਰੇ ਹੋ, 5 ਵਕਤ ਦੇ ਨਮਾਜ਼ੀ ਹੋ, ਤੁਹਾਨੂੰ ਡਰ ਲੱਗਦਾ? ਕਹਿੰਦਾ ਨਹੀਂ, ਕਿਸੇ ਤੋਂ ਨਹੀਂ ਲੱਗਦਾ। ਕਹਿੰਦੇ ਖੁਦਾ ਤੋਂ? ਕਹਿੰਦਾ ਉਹ ਤੇ ਮੇਰਾ ਮਹਿਬੂਬ ਆ, ਉਹ ਤੇ ਮੇਰਾ ਪਿਆਰਾ ਵਾ, ਮੈਂ ਤੇ ਰੰਗ 'ਚ ਹੀ ਉਹਦੇ ਰੰਗਿਆ ਰਹਿਣਾ, ਉਹ ਤੋਂ ਕਾਹਦਾ ਡਰ? ਉਹਦੇ ਤੇ ਦਰਸ਼ਨਾਂ ਦੀ ਤਾਂਘ ਰਹਿੰਦੀ ਆ। ਕਹਿੰਦੇ ਫਿਰ ਜਿਹੜੇ ਤੁਸੀਂ ਗੱਲ ਕਹੀ ਆ ਵੀ ਤੁਸੀਂ ਡਰਦੇ ਜੇ, ਆਂਦਾ ਮੈਂ ਉਹਨਾਂ ਲੋਕਾਂ ਤੋਂ ਡਰਦਾ ਜਿਹੜੇ ਰੱਬ ਨੂੰ ਮੰਨਦੇ ਨਹੀਂਗੇ, ਰੱਬ ਤੋਂ ਨਾਸਤਕ ਨੇ, ਵੀ ਇਹਨਾਂ ਦਾ ਹਸ਼ਰ ਕੀ ਹੋਊਗਾ। ਬੜੀ ਵੱਡੀ ਤਾਕਤ ਆ ਉਹ। ਜਿਹੜੇ ਉਹਦੇ ਪਿਆਰੇ ਨੇ ਉਹਨਾਂ ਦੇ ਨਾਲ ਤਾਂ ਉਹ ਗੁਜ਼ਰਦਾ, ਤਨ ਮਨ ਕਾਟ ਕਾਟ ਸਭ ਵਰਪੀ ਵਿੱਚ ਅਗਨੀ ਆਪ ਜਲਾਈ। ਜੇ ਉਹਦੀ ਰਜ਼ਾ ਦੇ ਵਿੱਚ ਉਹਦਾ ਮੰਨਣ ਵਾਲਾ ਆਪਣੇ ਆਪ ਨੂੰ ਅੱਗ ਲਾਉਣ ਨੂੰ ਤਿਆਰ ਆ, ਅੱਗ 'ਚ ਮੱਚਣ ਨੂੰ ਤਿਆਰ ਆ, ਤਨ ਮਨ ਕੱਟ ਕੱਟ ਕੇ ਉਹਦੇ ਸਮਰਪਣ ਕਰਨਾ ਚਾਹੁੰਦਾ, ਉਹਨੂੰ ਆਪਣੀ ਗੋਦੀ ਦਾ ਨਿੱਘ ਦਿੰਦਾ। ਤਾਂ ਹੀ ਇਸਲਾਮ ਦੇ ਵਿੱਚ ਵੀ ਕਿਹਾ ਜਾਂਦਾ ਵਾ ਜਿਹੜਾ ਸ਼ਹੀਦ ਆ, ਜਿਹੜਾ ਗਾਜ਼ੀ ਆ, ਜਿਹੜਾ ਮੁਜਾਹਿਦ ਆ,
उसको ਉਹਨੂੰ मुर्दा मत ਜੰਨਤ कहो। ਉਹਨੂੰ ਜੰਨਤ ਮਿਲਦੀ ਆ, ਉਹਨੂੰ ਸੱਲੱਲਾਹੁ ਹਜ਼ਰਤ ਮੁਹੰਮਦ ਸਾਹਿਬ ਦੀ ਗੋਦ ਮਿਲਦੀ ਆ। ਇਹੀ ਚੀਜ਼ ਆ ਜਦੋਂ ਸਿੱਖ ਕੁਰਬਾਨ ਹੁੰਦਾ ਵਾ, ਛਤਰੀ ਕੁਰਬਾਨ ਹੁੰਦਾ ਵਾ, ਉਹ ਇਹੀ ਕਹਿੰਦਾ ਵਾ ਵੀ ਮੈਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀ ਗੋਦ ਦਾ ਨਿੱਘ ਮਾਣਨ ਚੱਲਿਆ, ਮੈਂ ਆਪਣੇ ਸਤਿਗੁਰੂ ਕੋ ਚੱਲਿਆ। ਧਰਮ ਇਹ ਆ ਜੀ। यानी शहीद को ना कुरान में अल्लाह फरमाता है कि शहीदों को तुम मुर्दा मत कहो, ना, ना, वो ना। जिंदा हैं और हम उनको रिस्क देते हैं, यानी उनकी कब्रों में उनको जन्नत से रिस्क आता है, लेकिन तुम्हें शऊर नहीं है, तुम उनकी वो जो ज़िंदगी है कब्र वाली उसको समझ नहीं सकते। वाह। तो इसमें कोई शक नहीं कि मुजाहिदीन, शहीद और गाजी इनका बड़ा मुकाम है, क्योंकि ये अल्लाह के वो सिपाही हैं जो ज़मीन पर अमन कायम करते हैं। और अभी हम जिन शैतानी और दज्जाली और इबलीसी सिस्टम से मेरी मुराद ही वो लोग थे कि जिन्होंने मज़हब की आड़ में लोगों को लड़ाया है, डिवाइड एंड रूल। तो और इन्होंने ये पॉलिसीज़ आज भी चल रही हैं और हमारी सोच से ये 1000 साल आगे। टेक्नोलॉजी पूरी दुनिया पे कब्जा आज उन्हीं का है। पर बात तो ये है, शाह मुहम्मदा रहेगा रब सच्चा, बेशक। वाजे कूड़ दे कई वजाई गए, कम सूरमिਆਂ ਨੂੰ ਖੁਦ ਨੂੰ ਫੂਕ ਦੇਣਾ, ਰਾਖ ਹੋ ਕੇ ਦੇਸ਼ ਦੇ ਰਾਹ ਮੱਲਣੇ, ਜਿਹੜੇ ਡਰਦੇ ਨੇ ਕੰਡਿਆਂ ਦੀਆਂ ਚੋਭਾਂ ਕੋਲੋਂ, ਉਹਨਾਂ ਕਿੱਥੋਂ ਨੇ ਤੇਗਾਂ ਦੇ ਵਾਰ ਚੱਲਣੇ। ਉਹ ਸੂਰਮਾ ਹੀ ਆ ਜਿਹੜਾ ਹਿੱਕ ਕੱਢ ਕੇ ਤੀਰ ਖਾਂਦਾ ਕਿੰਦਾ ਮਾਰ। बेशक। ਸਾਨੂੰ ਤਾਂ ਪਹਿਲਾਂ ਤੁਸੀਂ ਦੱਸਿਆ था ਕਿ ਬਾਬਾ ਜੀ ਦੇ ਬਾਰੇ ਬਾਤਾਂ ਹੀ ਸੁਣੀਆਂ ਸੀਗੀਆਂ ਜੀ। ਤੇ ਇਹਨਾਂ ਦੋਨਾਂ ਨੂੰ ਇਕੱਠੇ ਮਿਲਾ ਕੇ ਸਾਨੂੰ ਤਾਂ ਹੀ ਲੱਗਿਆ ਵੀ ਅਸੀਂ ਇੱਕੋ ਹੀ ਸ਼ਖਸੀਅਤ ਨਾਲ ਮਿਲ ਰਹੇ ਹਾਂ। ਇੱਕੋ ਹੀ ਆ। ਵਾਕਈ ਜਿਹੜੀ ਬਾਤ ਸੁਣੀ ਸੀ ਉਹ ਜਿਵੇਂ ਕਹਿੰਦੇ ਨੇ ਹੁੰਦੇ ਵੀ 16 ਨੇ ਸੱਚ ਪਾਈ ਗਈ ਜੀ। ਵੀ ਇੱਕ ਨੂੰ ਹਟਾ ਲਓ ਦੂਸਰੇ ਨੂੰ ਬਿਠਾ ਦਿਓ ਤਾਂ ਫਰਕ ਨਹੀਂ ਆਊਗਾ। ਸਿਰਫ ਪਹਿਰਾਵੇ ਤੋਂ ਤੁਸੀਂ ਅਗਰ ਆਇਡੈਂਟੀਫਾਈ ਕਰੋਗੇ ਤਾਂ ਬਾਤ ਅਲੱਗ ਹੈ, ਅਦਰਵਾਈਜ਼ ਉਹ ਰੂਹਾਨੀ ਔਰ ਜਿਸਮਾਨੀ ਹਰ ਚੀਜ਼ ਇੱਕੋ ਹੀ ਮਹਿਸੂਸ ਹੋ ਰਹੀ ਹੈ ਦੋਨਾਂ ਦੇ ਅੰਦਰ, ਕਿ ਜਿਸ ਤਰ੍ਹਾਂ ਦੋਨੋਂ ਇੱਕੋ ਹੀ ਹੋਣ। ਅੱਜ ਸਾਡਾ ਪ੍ਰੋਗਰਾਮ ਸੀ, ਕੀ ਗੱਲ ਹੈ ਢਿੱਲੇ ਜੇ? ਮਾਈਕ ਯਾਰ ਕੀ ਰੋਕ ਦਿਆ ਕਰ ਯਾਰ। ਆ ਖਾਨ ਸਾਹਿਬ ਨਿਕਲਨੇ ਮੇਰੇ। आप कैसे हैं अम्मा? ठीक ठाक। मैं आपसे लम्मी भैया टीवी देखना है, मैं लम्मी पड़ गई, देखते हैं अख लग गई। नहीं आप लेट रहे। तेरे पट्टी नु गए, ਓਕੇ, ਸਾਡਾ ਪ੍ਰੋਗਰਾਮ ਸੀਗਾ, तेरे पट्टी नु गए। ਸਾਡੀ ਮੁਲਾਕਾਤ ਸੀ ਤੇ ਖਾਨ ਸਾਹਿਬ ਦੇ ਨਾਲ ਸਾਡਾ ਪ੍ਰੋਗਰਾਮ ਸੀ ਅੱਜ। गिर गया। ਅੱਛਾ, अच्छा। अम्मा जी मैं आपसे मिलने आऊंगा, आपके पुत्र नाल। ਸੋ ਕੇ ਉੱਠਿਆ। हम्म। ਉਹ ਕਹਿੰਦੇ ਆ ਵੀ ਤੁਹਾਨੂੰ ਮਿਲਣ ਆਵਾਂਗੇ ਅਸੀਂ। ਕਨੈਕਸ਼ਨ ਪੂਅਰ ਹੈ। स्कूल गए आ? ਹਾਂ ਹਾਂ, ਪਰ ਇੱਥੇ ਰੇਂਜ ਬਹੁਤ ਘੱਟ ਆ ਮਾਤਾ ਜੀ। तो ये जो आपसे मुलाकात थी ये कभी ना भूली जाने वाली मुलाकात थी और हम दो जिस्म और एक रूह हैं। ਵਾਹਿਗੁਰੂ ਤੁਹਾਨੂੰ ਮਾਰੇ। तो इस उम्मीद के साथ आज बिछड़ रहे हैं और एक दूसरे से रुखसत और इजाज़त ले रहे हैं कि बहुत जल्द रब ने चाहा फिर मुलाकात होगी। ਵਾਹਿਗੁਰੂ। और मैं ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਾਇਕਾਂ ਦੀ ਕਰਾਂ ਬੁਲਾਵੇ ਨੇ ਆਲੋ ਜਾਵੇ, ਫਤਿਹ ਪਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਦੇਖਿਆ ਤੁਸੀਂ ਪ੍ਰੋਗਰਾਮ ਦੇ ਵਿੱਚ ਬਾਬਾ ਜੀ ਤੋਂ ਹੀ ਪੁੱਛਦੇ ਆ, ਬਾਬਾ ਜੀ ਦੀ ਮੁਲਾਕਾਤ ਜਿਹੜੀ ਹੋਈ ਆ ਇੱਕ ਸਿੱਖ ਸਕਾਲਰ ਅਤੀਕ ਉੱਲਾ ਖਾਨ ਜੀ ਦੇ ਨਾਲ। ਬਾਬਾ ਜੀ ਤੁਹਾਨੂੰ ਕੀ ਮਹਿਸੂਸ ਹੋਇਆ, ਸੱਚੀ ਦੱਸਿਓ। ਬੜੀ ਰੱਬ ਦੀ ਬਖਸ਼ੀ ਰੂਹ ਹੈ ਜੀ, ਬੜਾ ਪ੍ਰੇਮ ਦਿੱਤਾ ਉਹਨਾਂ ਨੇ, ਕਿੰਨਾ ਸਤਿਕਾਰ ਕੀਤਾ ਆਪਣਾ, ਹੈ ਨਾ ਜੀ। ਤੇ ਇਹ ਧਰਮੀ ਬੰਦਿਆਂ ਦੇ ਹੀ ਰੱਬ ਨੇ ਉਹਨਾਂ ਦੇ ਹੱਥ 'ਚ ਲਿਖਿਆ ਹੁੰਦਾ ਹੈ ਨਾ। ਅੱਛਾ, ਸਾਡੇ ਦੋਵਾਂ ਦਾ ਉਪਰਾਲਾ ਸੀਗਾ ਇਹ ਤੁਹਾਨੂੰ ਮਿਲਾਣਾ। ਸ਼ਕਲਾਂ ਵੀ ਸੇਮ ਹੈਗੀਆਂ ਨੇ, ਵਿਚਾਰ ਇੱਕੋ ਤਰ੍ਹਾਂ ਦੇ ਹੈਗੇ ਨੇ। ਡਾਇਰੈਕਟਰ ਦੀ ਅੱਖ ਬੜੀ ਤਕੜੀ ਚੀਜ਼ ਹੈ ਜੀ। ਅੱਛਾ ਜੀ। ਜਿਹਨੂੰ ਆਪਾਂ ਐਂ ਕਹਿ ਦਿੰਦੇ ਨਾ, ਆਹ ਜਿਹੜੀ ਤੁਸੀਂ ਚੀਜ਼ ਕਰਦੇ ਜੇ, ਇਹ ਸਭ ਕੁਝ ਇਹਦਾ ਹੀ ਪੇਸ਼ ਕਰਾ। ਬਾਬਾ ਜੀ ਐ ਨਹੀਂ ਲੱਗਿਆ ਵੀ ਤੁਹਾਨੂੰ ਕੋਈ ਵਿਛੜਿਆ ਭਰਾ ਮਿਲ ਗਿਆ ਹੋਇਆ ਆਪਣਾ ਪੁਰਾਣਾ? ਦੇਖੋ ਜੀ,
ਆਪਾਂ ਸਾਰੇ ਜਿਹੜਾ ਧਰਮ ਆਪਾਂ ਨੂੰ ਮੈਸੇਜ ਹੀ ਇਹ ਦਿੰਦਾ ਵਾ ਹੈ ਨਾ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਾਈ। ਤੇ ਬੜਾ ਬਹੁਤ ਖੁਸ਼ੀ ਹੋਈ ਵਾਕਿਆ ਬਿਲਕੁਲ ਜੀ। ਉਹਨਾਂ ਨੇ ਵੇਖੋ ਪਿਆਰ ਕਿੰਨਾ ਦਿੱਤਾ ਤੇ ਕਿਉਂ ਨਾ ਭਰਾ ਕਵਾਂਗੇ। ਬਾਬਾ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜਦ ਤੇ ਲੋਕ ਆਪਦੇ ਲੋਕ ਖੂਨ ਦੇ ਧਿਆਏ ਹੁੰਦੇ ਆ, ਰਾਜਨੀਤੀ ਦੇ ਵਸ ਪੈ ਕੇ ਹੋਰ ਲਾਲਚਾਂ ਦੇ ਉਹਨਾਂ ਬੰਦਿਆਂ ਦੇ ਨਾਲ ਅਸੀਂ ਕਦੀ ਮਿਲੇ ਨਹੀਂ ਤੇ ਕਿੰਨਾ ਉਹਨਾਂ ਟਾਈਮ ਦਿੱਤਾ, ਸਾਨੂੰ ਬੁਲਾਇਆ, ਹੁਣ ਉਹਨਾਂ ਨੇ ਸਾਡੇ ਕੋਲ ਆਉਣਾ। ਤੇ ਸਾਡਾ ਧਰਮ ਜਿਹੜਾ ਵਾ ਉਹੀ ਇਜਾਜ਼ਤ ਨਹੀਂ ਦਿੰਦਾ ਵੀ ਅਸੀਂ ਕਿਤੇ ਹੋਰ ਝੁਕੀਏ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ, ਪਰ ਸਾਡਾ ਧਰਮ ਇਹ ਇਜਾਜ਼ਤ ਦਿੰਦਾ ਵਾ ਵੀ ਦੂਜੇ ਦੇ ਧਰਮ ਦਾ ਸਤਿਕਾਰ ਕਰ, ਦੂਜੇ ਦੇ ਧਰਮ ਦੀ ਖਾਤਰ ਜੇ ਬਲੀਦਾਨ ਵੀ ਦੇਣਾ ਪੈ ਜੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਪਿੱਛੇ ਨਹੀਂ ਹਟਣਾ। ਬੜੇ ਲੋਕ ਇਹ ਸੋਚਦੇ ਨੇ ਵੀ ਨਿਹੰਗ ਸਿੰਘ ਨੇ ਜਿਹੜੇ ਉਹ ਕੱਟੜਵਾਦ ਹੁੰਦੇ ਨੇ ਜਾਂ ਫਿਰ ਉਹਨਾਂ 'ਚ ਹੰਕਾਰ ਹੁੰਦਾ, ਇਹ ਇੱਕ ਐਗਜ਼ਾਮਪਲ ਹੈਗੇ ਨੇ ਸਤਿਕਾਰ ਹਰੇਕ ਧਰਮ ਦਾ। ਨਿਹੰਗ ਦੇ ਅਰਥ ਸਮਝੋ, ਹਉਮੈ ਹੰਕਾਰ ਤੋਂ ਰਹਿਤ, ਨੇ ਨਹੀਂ ਹੰਕਾਰ, ਨਿਹੰਗ ਦੇ ਅਰਥੇ ਨੇ। ਬਿਲਕੁਲ ਪ੍ਰਮਾਤਮਾ ਦੇ ਇਸ ਕਰਿਸ਼ਮੇ ਨੂੰ ਦੇਖਣ ਲਈ ਬਾਬਾ ਜੀ ਆਪ ਇਸ ਜਗ੍ਹਾ ਤੇ ਆਏ ਸੀ। ਮੈਂ ਇਹਨਾਂ ਨੂੰ ਪੁੱਛਿਆ ਬਾਬਾ ਜੀ ਉਸ ਥਾਂ ਤੇ ਤੁਸੀਂ ਜਾਓਗੇ ਤੁਹਾਨੂੰ ਥੋੜਾ ਜਿਹਾ ਅਜੀਬ ਨਹੀਂ ਲੱਗੂਗਾ? ਮੈਨੂੰ ਸੀਗਾ ਥੋੜਾ ਜਿਹਾ ਵੀ ਬਾਬਾ ਜੀ ਨੂੰ ਸ਼ਾਇਦ ਈਗੋ ਨਾ ਹੋਵੇ ਇਸ ਚੀਜ਼ ਦੀ ਵੀ ਉਹ ਅਗਲੇ ਮੇਰੇ ਕੋਲ ਆਣ, ਮੈਂ ਕਿਉਂ ਜਾਵਾਂ, ਪਰ ਬਾਬਾ ਜੀ ਨੇ ਕਿਹਾ ਸਭ ਪਰਮਾਤਮਾ ਦੇ ਇੱਕੋ ਬੰਦੇ ਹੈਗੇ ਨੇ। ਦੇਖੋ ਜੀ ਅਸੀਂ ਮਿਲਣ ਗਿਲਣ ਵਾਸਤੇ ਹੁਣ ਇਹ ਰੋਜ਼ਾ ਸ਼ਰੀਫ ਦਰਗਾਹ ਵਾ, ਨਾਲ ਹੀ ਫਤਿਹਗੜ੍ਹ ਸਾਹਿਬ ਆ, ਤੇ ਆ ਸ਼ਹੀਦ ਊਧਮ ਸਿੰਘ ਦਾ ਸਥਾਨ ਵੀ ਨਾਲ ਹੀ ਆ ਇੱਥੇ ਬਿਲਕੁਲ, ਤੇ ਆ ਮਗਰਲੇ ਬੰਨੇ ਸਾਡਾ ਫਾਰਮ ਆ ਜੀ। ਜਦੋਂ ਵੀ ਸਾਡੇ ਸ਼ਹੀਦੀ ਜੋੜ ਮੇਲਾ ਵਾ ਜਾਂ ਇਹਨਾਂ ਦੇ ਮੇਲੇ ਨੇ ਇੱਥੇ ਮਿਲਦੇ ਗਿਲਦੇ ਰਹੀ ਤਾਂ ਪਹਿਲੀ ਵਾਰ ਤੇ ਆਪਾਂ ਆਏ ਨਹੀਂ, ਠੀਕ ਆ ਜੀ। ਮਰਜ਼ਾਦਾ ਵੀ ਧਿਆਨ 'ਚ ਰੱਖਣੀ ਪੈਂਦੀ ਆ ਤੇ ਜਿਹੜਾ ਮੇਲ ਗੇਲ ਆ ਭਾਈਚਾਰਾ ਉਹ ਵੀ ਨਹੀਂ ਛੱਡਣਾ। ਤਾਂ ਦੇਖਦੇ ਰਹੋ ਟੈਲੀਟੇਸ਼ਨ ਟੀਵੀ, ਇਸੇ ਤਰ੍ਹਾਂ ਅੱਗੇ ਵੀ ਤੁਹਾਨੂੰ ਇਸ ਤਰ੍ਹਾਂ ਦੇ ਜਿਹੜੇ ਅਜੂਬੇ ਹੈਗੇ ਨੇ ਪ੍ਰੋਗਰਾਮ, ਜਿਹੜੇ ਵੱਖਰੇ ਨਿਵੇਕਲੇ ਪ੍ਰੋਗਰਾਮ ਜਿਹੜੇ ਅੱਜ ਤੱਕ ਕਿਸੇ ਨੇ ਨਹੀਂ ਕੀਤੇ, ਉਹ ਤੁਹਾਡੇ ਰੂਬਰੂ ਪੇਸ਼ ਕਰਦੇ ਰਹਾਂਗੇ। ਉਦੋਂ ਤੱਕ ਲਈ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।